4.5 ਸਾਲ ਬਾਅਦ ਹੁਣ ਫਿਰ ਇੱਕ ਨਵੀਂ ਮੁਹਿੰਮ ਚਲਾਉਣ ਜਾ ਰਹੀ ਹੈ ਸਰਕਾਰ। ਬਕਾਇਦਾ ਪਿੰਡਾਂ ਦੀ ਪਹਿਚਾਣ ਕੀਤੀ ਜਾਏਗੀ ਕਿ ਵਧੇਰੇ ਨਸ਼ਾ ਕਿੱਥੇ ਵਿਕਦਾ ਹੈ। ਫਿਰ ਉਹ ਜਿਹੜੇ ਵੱਡੇ ਮਗਰਮੱਛ ਨੇ ਨਸ਼ਿਆਂ ਦੇ ਉਹਨਾਂ ਨੂੰ ਫੜਿਆ ਜਾਏਗਾ। ਕਿ ਜਿਹੜੇ ਸਾਡੇ 23 ਪੁਲਿਸ ਜ਼ਿਲ੍ਹੇ ਹੈ, 23 ਪੁਲਿਸ ਜ਼ਿਲ੍ਹਿਆਂ ਦੇ ਵਿੱਚੋਂ 23 ਪੁਲਿਸ ਕਪਤਾਨਾਂ ਦੇ 23 ਹੀ ਹੁਣ ਟੀਮਾਂ ਬਣਾਤੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਜਿਹੜੀਆਂ ਐਸਟੀਐਫ ਲਈ ਬਹੁਤ ਸਟਰੋਂਗਲੀ ਕੰਮ ਕਰ ਰਹੀਆਂ ਨੇ। ਇਹ ਹੁਣ ਗਾਂ ਬਲਾਕ ਲੈਵਲ ਤੇ ਪੰਚਾਇਤਾਂ ਨੂੰ ਪੰਚਾਇਤਾਂ ਨੂੰ ਇਨਵੋਲਵ ਕਰਨਾ ਚਾਹੁੰਦੇ ਨੇ ਆ ਕੇ। ਲੇਕਿਨ ਮੈਨੂੰ ਲੱਗਦਾ ਕਿ ਵੀ ਅਗਰ ਸਰਕਾਰ ਔਰ ਪੁਲਿਸ ਦੇ ਵਿੱਚ ਆਮ ਲੋਕਾਂ ਦੇ ਵਿੱਚ ਅਗਰ ਤਾਲਮੇਲ ਨਹੀਂ ਬਣੇਗਾ ਤਦ ਤੱਕ ਸਮਗਲਰਸ ਆਮ ਲੋਕਾਂ ਨੂੰ ਫੜਨਾ ਬੜਾ ਹੀ ਮੁਸ਼ਕਿਲ ਹੈ। ਔਰ ਵੱਡੀ ਗੱਲ ਇਹ ਹੈ ਕਿ ਜਿਹੜੇ 13-14 ਡਰੋਨ ਆਏ ਸੀ ਪੰਜਾਬ ਦੇ ਵਿੱਚ, ਉਹਨਾਂ 'ਚ ਅੱਧੇ ਡਰੋਨ ਤੇ ਡਰੱਗਸ ਦੇ ਨਾਲ ਡਰੋਨ ਰਾਹੀਂ ਸਮਗਲਿੰਗ ਹੋਈ ਹੈ ਤੇ ਇੱਕ ਖੇਪ ਦੇ ਵਿੱਚ 5.5-6 ਕਿਲੋ ਇੱਕ ਵਾਰ ਦੀ ਉਹ ਸ਼ਿਫਟ ਕਰਕੇ ਆ ਸਕਦੇ। ਤੁਸੀਂ ਮੰਨੋਗੇ ਹੁਣ ਇੰਡੀਆ ਦੇ ਵਿੱਚ 6 ਸਟੇਟਾਂ ਜਿਹੜੀਆਂ ਆਇਡੈਂਟੀਫਾਈ ਕੀਤੀਆਂ ਸੀ ਜਿੱਥੇ ਹੈਰੋਇਨ ਤੇ ਕੋਕੀਨ ਜਾਂ ਵਗੈਰਾ ਕੈਮੀਕਲ ਡਰੱਗਸ ਹੈ, ਉਹਨਾਂ 'ਚ ਪੰਜਾਬ ਜਿਹੜਾ 3-4 ਨੰਬਰ ਤੇ ਵੀ ਆ ਰਿਹਾ। ਜਿਸ ਹਿਸਾਬ ਨਾਲ ਤੇਜ਼ੀ ਫੜ ਕੇ ਕਰਨਾ ਚਾਹੀਦਾ ਸੀ ਉਸ ਹਿਸਾਬ ਨਾਲ ਉਹ ਸਰਕਾਰ ਜਿਹੜੀ ਹੈ ਮੇਰੇ ਖਿਆਲ ਮਨਸ਼ਾ ਹੋ ਸਕਦੀ ਹੈ, ਲੇਕਿਨ ਨਾਲ ਥੋੜੀ ਬਹੁਤੀ ਅਫਸਰਾਂ ਦੀ ਜਿਹੜੀ ਆ ਉਹਨਾਂ ਨੂੰ ਵੀ ਸ਼ਾਇਦ ਸ਼ਿਕੰਜਾ ਕੱਸਣ ਦੀ ਲੋੜ ਹੈ। ਕਿਉਂਕਿ ਐਸਟੀਐਫ ਜਦੋਂ ਬਣੀ ਸੀ ਉਦੋਂ ਉਹੀ ਪੁਲਿਸ ਅਫਸਰ ਲਾਤੇ ਐਸਟੀਐਫ ਦੇ ਵਿੱਚ ਜਿਨ੍ਹਾਂ ਤੇ ਪਹਿਲਾਂ ਵੀ ਦੋਸ਼ ਲੱਗਦੇ ਸਨ ਕਿ ਭ੍ਰਿਸ਼ਟਾਚਾਰ ਕਰਦੇ ਆ, ਪੈਸੇ ਲੈ ਕੇ ਬੰਦੇ ਛੱਡਦੇ ਆ। ਬੀਐਸਐਫ ਦੇ ਇਸ ਵਕਤ ਵੀ ਤਕਰੀਬਨ ਜਿੰਨਾ ਕਿ ਸਾਡੇ ਧਿਆਨ ਦੇ ਵਿੱਚ ਆਇਆ ਉਹ 22-23 ਦੇ ਮੁਲਾਜ਼ਮ ਇੱਦਾਂ ਦੇ ਨੇ ਜਿਨ੍ਹਾਂ ਦੇ ਉੱਪਰ ਸਿੱਧੇ ਰੂਪ ਦੇ ਵਿੱਚ ਨਸ਼ਾ ਤਸਕਰਾਂ ਨਾਲ ਮਿਲ ਕੇ ਉੱਥੋਂ ਬਾਰਡਰ ਨੂੰ ਪਾਰ ਕਰਾਉਣ ਦੀ ਜਿਹੜੀ ਹੋਈ ਹੈ ਤੇ ਇਹਦੇ ਵਿੱਚ ਬੀਐਸਐਫ ਦੇ ਕਈ ਜਵਾਨਾਂ ਦੇ ਉੱਪਰ ਵੀ ਕੇਸ ਚੱਲ ਰਹੇ, ਮੁਕੱਦਮੇ ਦਰਜ ਕੀਤੇ ਗਏ ਨੇ। ਹੁਣ ਤੁਸੀਂ ਮੰਨੋਗੇ ਕਿ ਪੰਜਾਬ ਦੇ ਵਿੱਚ 424 ਦੇ ਕਰੀਬ ਵੱਡੀਆਂ ਮੱਛੀਆਂ 2 ਕਿਲੋ ਤੋਂ ਵੱਧ ਹੀਰੋਇਨ ਜਿਹਨਾਂ ਨੂੰ ਫੜੀ ਗਈ ਹੈ, ਉਹਨਾਂ 'ਚੋਂ 424 ਤਸਕਰ ਫੜੇ ਗਏ ਤੇ ਇੰਨਾ ਵੱਡਾ ਤੇ ਇੱਦਾਂ ਮੰਨੋਗੇ ਆ ਕੇ ਵੀ ਤਕਰੀਬਨ 9,000 ਕਰੋੜ ਤੋਂ 10,000 ਕਰੋੜ ਦੀ 4 ਸਾਲ 'ਚ ਮਾਰਕੀਟ 'ਚ 2216 ਕਿਲੋ ਜਿਹੜੀ ਹੀਰੋਇਨ ਫੜੀ ਗਈ ਹੈ ਉਹਦੀ ਮਾਰਕੀਟ 'ਚ ਕੀਮਤ 10,000 ਕਰੋੜ ਹੈ। ਤਕਰੀਬਨ ਪੰਜਾਬ ਦੇ ਵਿੱਚ ਜਿਹੜੇ ਆ ਉਹ 424 ਦੇ ਕਰੀਬ ਜਿਹੜੇ ਉਹ ਨੇ ਜਿਹੜੇ 2 ਕਿਲੋ ਤੋਂ ਅਬਵ ਜਿਨ੍ਹਾਂ ਕੋਲ ਤਸਕਰੀ ਫੜੀ ਗਈ, ਹਿਸਾਬ ਲਾ ਲਓ, ਤੇ ਹੈਰੋਇਨ ਫੜੀ ਗਈ ਤੇ ਉਹਨਾਂ 'ਚੋਂ ਇੱਦਾਂ ਦੇ ਬੰਦੇ ਵੀ ਨੇ ਜਿਨ੍ਹਾਂ ਕੋਲ 80 ਕਿਲੋ 70 ਕਿਲੋ ਜਿਨ੍ਹਾਂ ਕੋਲ 500 ਕਿਲੋ ਜਿਹੜੇ ਨੇ ਅੰਮ੍ਰਿਤਸਰ ਜੇਲ੍ਹ 'ਚ ਬੰਦ ਨੇ ਉਹਨਾਂ ਕੋਲ ਫੜੀ ਗਈ ਆ ਕੇ ਜਿਹੜੀ ਕਿ ਪਾਕਿਸਤਾਨ ਤੋਂ ਆ ਰਹੀ ਕੈਮੀਕਲ ਡਰੱਗਸ ਜਿਹੜਾ ਉੱਥੋਂ ਆ ਰਿਹਾ ਸੀ। ਹੁਣ ਹਰ ਥਾਣੇ ਦੇ ਵਿੱਚ ਇੱਕ ਲਾਅ ਅਫਸਰ ਹੋਏਗਾ, ਹਰ ਲਾਅ ਅਫਸਰ ਉੱਥੇ ਉਹਦੀ ਚੀਜ਼ ਦੀ ਪੈਰਵਾਈ ਕਰੇਗਾ ਔਰ ਜਿਹੜਾ ਉਹਦੀ ਪਰਮਿਸ਼ਨ ਤੋਂ ਬਗੈਰ ਹੁਣ ਜਿਹੜੇ ਮੁਕੱਦਮੇ ਝੂਠੇ ਵੀ ਦਰਜ ਹੁੰਦੇ ਸੀ, ਆਮ ਸੀ ਵੀ ਮੇਰੇ ਬੱਚੇ ਨੂੰ ਝੂਠਾ ਫਸਾਤਾ ਜੀ ਆਹ ਕਰਤਾ, ਹੁਣ ਉਹ ਵੀ ਨਹੀਂ ਹੋ ਪਾਏਗਾ। ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਲੰਮੇ ਸਮੇਂ ਤੋਂ ਸਿਆਸਤ ਵੀ ਹੋ ਰਹੀ ਹੈ। ਲੀਡਰ ਗੰਭੀਰਤਾ ਵੀ ਦਿਖਾ ਰਹੇ ਨੇ ਕਿ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਹੋਣੇ ਚਾਹੀਦੇ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਸਰਕਾਰ ਆਈ ਹੈ ਉਸ ਤੋਂ ਪਹਿਲਾਂ ਪੰਜਾਬ ਕਾਂਗਰਸ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ, ਇਹ ਕਿਹਾ ਗਿਆ ਸੀ ਕਿ 1 ਮਹੀਨੇ ਦੇ ਅੰਦਰ ਪੰਜਾਬ 'ਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ, ਪਰ ਇਸ ਦੇ ਬਾਵਜੂਦ ਨਸ਼ੇ ਖਤਮ ਨਹੀਂ ਹੋਏ। 4.5 ਸਾਲ ਬਾਅਦ ਹੁਣ ਫਿਰ ਇੱਕ ਨਵੀਂ ਮੁਹਿੰਮ ਚਲਾਉਣ ਜਾ ਰਹੀ ਹੈ ਸਰਕਾਰ। ਬਕਾਇਦਾ ਪਿੰਡਾਂ ਦੀ ਪਹਿਚਾਣ ਕੀਤੀ ਜਾਏਗੀ ਕਿ ਵਧੇਰੇ ਨਸ਼ਾ ਕਿੱਥੇ ਵਿਕਦਾ ਹੈ। ਫਿਰ ਉਹ ਜਿਹੜੇ ਵੱਡੇ ਮਗਰਮੱਛ ਨੇ ਨਸ਼ਿਆਂ ਦੇ ਉਹਨਾਂ ਨੂੰ ਫੜਿਆ ਜਾਏਗਾ। ਪਰ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਜਦੋਂ ਤੋਂ ਕਾਂਗਰਸ ਦੀ ਹਾਈ ਕਮਾਂਡ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 18-29 ਪ੍ਰੋਗਰਾਮ ਦਿੱਤਾ ਹੈ, ਉਸ ਤੋਂ ਬਾਅਦ ਵੀ ਵੱਡੀ ਪੱਧਰ 'ਤੇ ਨਸ਼ਿਆਂ ਦੀ ਖੇਪ ਫੜੀ ਗਈ ਹੈ। ਹਜ਼ਾਰਾਂ ਕਰੋੜਾਂ ਤੱਕ ਹੈ ਉਹਦੀ ਕੀਮਤ ਜਿਹੜਾ ਨਸ਼ਾ ਫੜਿਆ ਗਿਆ। ਇਹ ਸਾਰੇ ਕਾਸਤੇ ਅਸੀਂ ਅੰਕੜਿਆਂ ਸਹਿਤ ਗੱਲ ਕਰਾਂਗੇ ਸੁਖਬੀਰ ਸਿੰਘ ਬਾਜਵਾ ਨਾਲ, ਜੋ ਸੀਨੀਅਰ ਪੱਤਰਕਾਰ ਨੇ, ਜੋ ਪੰਜਾਬ ਦੇ ਜੋ ਕ੍ਰਾਈਮ ਹੈ ਜਾਂ ਨਸ਼ਿਆਂ ਦੇ ਮਾਮਲੇ ਨੇ ਉਹ 'ਤੇ ਤੇਜ਼ ਤਰਾਰ ਨਿਗਾਹਾਂ ਰੱਖਦੇ ਨੇ। ਬਾਜਵਾ ਸਾਹਿਬ, ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ। ਥੈਂਕ ਯੂ ਖੋਖਰ ਸਾਹਿਬ। ਬਾਜਵਾ ਜੀ, ਜਿਹੜੀ ਨਵੀਂ ਮੁਹਿੰਮ ਸਰਕਾਰ ਚਲਾ ਰਹੀ ਹੈ ਅਸਲ ਦੇ ਵਿੱਚ ਉਹ ਕੀ ਮੁਹਿੰਮ ਹੈ? ਕਿੱਦਾਂ ਪਿੰਡਾਂ ਦੀ ਪਹਿਚਾਣ ਕੀਤੀ ਗਈ ਹੈ? ਕਿੱਦਾਂ ਹੁਣ ਨਸ਼ੇ ਦਾ ਖਾਤਮਾ ਕਰਨ ਵੱਲ ਸਰਕਾਰ ਵਧ ਰਹੀ ਹੈ? ਇੱਕ ਪੰਜਾਬ ਸਰਕਾਰ ਦਾ ਸ਼ੁਰੂਆਤੀ ਦੌਰ ਜਿਹੜਾ ਸੀਗਾ 2017 ਦੇ ਵਿੱਚ 16 ਜਾਂ 17 ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਐਸਟੀਐਫ ਬਣਾਈ ਸੀਗੀ। ਉਸ ਤੋਂ ਬਾਅਦ ਉਮੀਦ ਸੀਗੀ ਵੀ ਕਿ ਇਹ ਬਹੁਤ ਤੇਜ਼ੀ ਨਾਲ ਕੰਮ ਕਰਨਗੇ। ਹਰਪ੍ਰੀਤ ਸਿੱਧੂ ਸੀਗੇ ਪੰਜਾਬ ਤੋਂ ਬਾਹਰ ਡੈਪੂਟੇਸ਼ਨ 'ਤੇ ਗਏ ਸੀ,
ਉਹ ਚੰਗੇ ਤੇਜ਼ ਅਫਸਰ ਮੰਨੇ ਜਾਂਦੇ ਸੀ, ਉਹਨੂੰ ਕੰਮ ਸ਼ੁਰੂ ਕੀਤਾ। ਸਾਲ ਡੇਢ ਸਾਲ ਕੰਮ ਚੱਲਿਆ, ਉਸ ਤੋਂ ਬਾਅਦ ਆਸਤਾ ਪਤਾ ਨਹੀਂ ਕੀ ਕਾਰਨ ਰਿਹਾ ਵੀ ਬਹੁਤ ਚੀਜ਼ਾਂ ਨੂੰ ਜਿਹੜੀਆਂ ਉਹ ਧੀਮੀ ਕੱਤੀ ਜਾਂਦੀਆਂ ਰਹੀਆਂ, ਉਹ ਹਿਸਾਬ ਨਾਲ ਰਿਕਵਰੀ ਨਹੀਂ ਹੋ ਸਕੀ। ਆ ਕੇ ਸਿਰਫ ਇੱਕ ਜਿਵੇਂ ਮਲਾਜ ਕੇ ਮੰਨ ਲਓ 500 ਕਿਲੋ ਜਾਂ ਕਾਫੀ ਨਸ਼ੀਲਾ ਪਦਾਰਥ ਜਿਹੜਾ ਅੰਮ੍ਰਿਤਸਰ ਮਿਲਿਆ ਸੀ, ਉਸ ਤੋਂ ਬਾਅਦ ਕਈ ਹੋਰ ਚੀਜ਼ਾਂ ਘਟਨਾਵਾਂ ਹੋਈਆਂ, ਲੇਕਿਨ ਆ ਪਿਛਲੇ ਸਾਲ ਡੇਢ ਸਾਲ ਦੇ ਵਿੱਚ ਰਿਕਵਰੀ ਫਿਰ ਫਾਸਟ ਹੋ ਗਈ ਹੈ। ਵੱਡੇ ਵੱਡੇ ਮਗਰਮੱਛ ਆਏ ਨੇ, ਬਹੁਤ ਵੱਡੀਆਂ। ਤੁਹਾਨੂੰ ਮੈਂ ਹੈਰਾਨ ਹੋ ਕੇ ਤੁਸੀਂ ਆ ਕੇ ਕਿ ਜਿਹੜੇ ਸਾਡੇ 23 ਪੁਲਿਸ ਜ਼ਿਲ੍ਹੇ ਹੈ, 23 ਪੁਲਿਸ ਜ਼ਿਲ੍ਹਿਆਂ ਦੇ ਵਿੱਚੋਂ 23 ਪੁਲਿਸ ਕਪਤਾਨਾਂ ਦੇ 23 ਹੀ ਹੁਣ ਟੀਮਾਂ ਬਣਾਤੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਜਿਹੜੀਆਂ ਐਸਟੀਐਫ ਲਈ ਬਹੁਤ ਸਟਰੋਂਗਲੀ ਕੰਮ ਕਰ ਰਹੀਆਂ ਨੇ। ਇਹ ਹੁਣ ਗਾਂ ਬਲੋਕ ਲੈਵਲ 'ਤੇ ਪੰਚਾਇਤਾਂ ਨੂੰ, ਸਰਪੰਚਾਂ ਨੂੰ, ਪੰਚਾਇਤਾਂ ਨੂੰ ਇਨਵੋਲਵ ਕਰਨਾ ਚਾਹੁੰਦੇ ਨੇ ਆ ਕੇ। ਮੇਰੇ ਖਿਆਲ 'ਚ ਦੌਰ ਤਾਂ ਬਹੁਤ ਚੰਗਾ, ਪਰ ਕੁਝ ਦੇਰ ਨਾਲ ਸ਼ੁਰੂ ਕਰ ਰਹੇ, ਲੇਕਿਨ ਹੈ ਬਹੁਤ ਵਧੀਆ। ਲੇਕਿਨ ਇਹਦੇ 'ਚ ਬਡੀਜ਼ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਅਲੱਗ-ਅਲੱਗ ਤੌਰ ਸੀਗਾ। ਲੇਕਿਨ ਮੈਨੂੰ ਲੱਗਦਾ ਕਿ ਵੀ ਅਗਰ ਸਰਕਾਰ ਔਰ ਪੁਲਿਸ ਦੇ ਵਿੱਚ, ਆਮ ਲੋਕਾਂ ਦੇ ਵਿੱਚ ਅਗਰ ਤਾਲਮੇਲ ਨਹੀਂ ਬਣੇਗਾ, ਤਦ ਤੱਕ ਸਮਗਲਰਸ, ਆਮ ਲੋਕਾਂ ਨੂੰ ਫੜਨਾ ਬੜਾ ਹੀ ਮੁਸ਼ਕਿਲ ਹੈ। ਤੁਸੀਂ ਦੇਖੋਗੇ ਵੀ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਲੋਕਡਾਊਨ 'ਚ ਲੋਕੀ ਕਿਵੇਂ ਭਰੇ ਸੀਗੇ ਆ ਕੇ ਜੀ। ਜਿਹੜੇ 'ਚ ਇੱਕ 400 ਦੀ ਕਪੈਸਿਟੀ ਸੀ, ਉੱਥੇ 3-3000 ਬੱਚਾ ਆ ਗਿਆ ਉੱਥੇ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਸੀ ਆ ਕੇ। ਬਠਿੰਡੇ 'ਚ, ਮਾਨਸਾ 'ਚ, ਸੰਗਰੂਰ 'ਚ, ਬਰਨਾਲਾ 'ਚ, ਫਰੀਦਕੋਟ 'ਚ, ਸਰਦੂਲਗੜ੍ਹ, ਇਹਨਾਂ 'ਚ ਲੰਬੀਆਂ ਲਾਈਨਾਂ ਅੱਧਾ ਕਿਲੋਮੀਟਰ ਲਾ ਕੇ ਲੋਕਾਂ ਨੇ ਦਵਾਈਆਂ ਲੈਣ ਆਉਂਦੇ ਸੀ ਆ ਕੇ ਲੋਕਡਾਊਨ ਦੇ ਵਿੱਚ। ਲੋਕਡਾਊਨ ਦੇ ਵਿੱਚ ਨਸ਼ਾ ਜਿਹੜਾ ਬਾਹਰੋਂ ਆਉਂਦਾ ਸੀ ਉਹ ਘਟ ਗਿਆ ਸੀਗਾ ਜਾਂ ਬੰਦ ਹੋ ਗਿਆ ਸੀ? ਉਦੋਂ ਲੋਕਡਾਊਨ ਦੇ ਵਿੱਚ ਨਸ਼ਾ ਜਿਹੜਾ ਸੀ ਵੀ ਬੰਦ ਹੋਇਆ, ਇੱਕ ਬਾਹਰੋਂ ਨਹੀਂ ਆ ਸਕਿਆ, ਸਖਤੀ ਵੱਧ ਗਈ ਆ ਕੇ। ਕਿਉਂਕਿ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਹੁਣ ਜਿਹੜੇ ਚੈਲੰਜ ਬਣਿਆ ਪੁਲਿਸ ਡਿਪਾਰਟਮੈਂਟ ਵਾਸਤੇ ਵੀ, ਬਾਕੀ ਵੀ ਹੈ, ਆਮ ਲੋਕੀ ਜੂਝ ਵੀ ਰਹੇ ਨੇ, ਉਹ ਹੈ ਮਾਝਾ ਸੈਕਟਰਸ ਦੇ ਵਿੱਚ, ਗੁਰਦਾਸਪੁਰ, ਤਰਨਤਾਰਨ, ਬਟਾਲਾ, ਅੰਮ੍ਰਿਤਸਰ, ਪਠਾਨਕੋਟ। ਕਿਉਂਕਿ ਬਾਰਡਰ ਏਰੀਆ ਦੇ ਵਿੱਚ ਪਾਕਿਸਤਾਨ ਤੋਂ ਸਮਗਲਿੰਗ ਜਿਹੜੀ ਹੈ ਉਹ ਬਹੁਤ ਆਉਣੀ ਸ਼ੁਰੂ ਹੋਈ ਹੈ। ਔਰ ਵੱਡੀ ਗੱਲ ਇਹ ਹੈ ਕਿ ਜਿਹੜੇ 13-14 ਡਰੋਨ ਆਏ ਸੀ ਪੰਜਾਬ ਦੇ ਵਿੱਚ, ਉਹਨਾਂ 'ਚ ਅੱਧੇ ਡਰੋਨ 'ਤੇ ਡਰੱਗਸ ਦੇ ਨਾਲ ਡਰੋਨ ਰਾਹੀਂ ਸਮਗਲਿੰਗ ਹੋਈ ਹੈ, ਅਤੇ ਇੱਕ ਖੇਪ ਦੇ ਵਿੱਚ 5.5-6 ਕਿਲੋ ਇੱਕ ਵਾਰ ਦੀ ਉਹ ਸ਼ਿਫਟ ਕਰਕੇ ਆ ਸਕਦਾ। ਹਿਸਾਬ ਲਗਾ ਲਓ ਵੀ ਕਿੰਨੀ ਵੱਡੀ ਤੌਰ 'ਤੇ ਨਾਲ ਸਮਗਲਿੰਗ ਹੋਈ ਹੋਈ ਹੈ। ਤੇ ਨਸ਼ਾ ਹੁਣ ਅੱਜ ਦੀ ਤਰੀਕ ਦੇ ਵਿੱਚ ਕਿਸ ਤਰ੍ਹਾਂ ਦਾ ਨਸ਼ਾ ਚੱਲ ਰਿਹਾ ਪੰਜਾਬ ਦੇ ਵਿੱਚ? ਪੰਜਾਬ ਦੇ ਵਿੱਚ ਬੇਸਿਕਲੀ ਇੱਕ ਤਾਂ 2-3 ਤਰ੍ਹਾਂ ਦਾ ਨਸ਼ਾ ਚੱਲ ਰਿਹਾ ਜੀ। ਇੱਕ ਤਾਂ ਜਿਹੜੇ ਸੀਗਾ ਕੈਮੀਕਲ ਡਰੱਗਸ ਹੈਗੇ ਨੇ, ਜਿਹੜੇ ਹੀਰੋਇਨ ਵਗੈਰਾ, ਸਮੈਕ ਵਗੈਰਾ ਪੀਂਦੇ ਨੇ, ਅਤੇ ਇਹਦੇ ਨਾਲ ਜਿਹੜਾ ਅਫੀਮ ਹੈ ਅਤੇ ਭੁੱਕੀ ਹੈ, ਜਿਹਨੂੰ ਆਪਾਂ ਪਹਿਲਾਂ ਕਹਿੰਦੇ ਸੀ ਵੀ ਇਹਦਾ ਕਲਚਰ ਹੈ ਜੀ, ਪਹਿਲਾਂ ਲੋਕੀ ਖਾਂਦੇ ਸੀ ਆ ਕੇ। ਲੇਕਿਨ ਸਭ ਤੋਂ ਮਾੜਾ ਸਿੰਥੈਟਿਕ ਡਰੱਗ ਜਿਹੜਾ ਹੈਗਾ ਉਹ ਕਰਦੇ ਆ। ਤੀਸਰੀ ਕੁਕੀਨ ਵਗੈਰਾ ਉਹ ਘੱਟ ਹੈ, ਲੇਕਿਨ ਤੁਸੀਂ ਮੰਨੋਗੇ ਹੁਣ ਇੰਡੀਆ ਦੇ ਵਿੱਚ 6 ਸਟੇਟਾਂ ਜਿਹੜੀਆਂ ਆਈਡੈਂਟੀਫਾਈ ਕੀਤੀਆਂ ਸੀ ਜਿੱਥੇ ਹੈਰੋਇਨ ਅਤੇ ਕੁਕੀਨ ਜਾਂ ਵਗੈਰਾ ਕੈਮੀਕਲ ਡਰੱਗਸ ਹੈ, ਉਹਨਾਂ 'ਚ ਪੰਜਾਬ ਜਿਹੜਾ 3-4 ਨੰਬਰ 'ਤੇ ਵੀ ਆ ਰਿਹਾ। ਅਤੇ ਉਹ ਜਿਹੜੇ ਉੱਥੇ ਰਿਕਵਰੀ ਕਹਿ ਲਓ ਜਿਸ ਤਰ੍ਹਾਂ ਮਰਜ਼ੀ ਹੈ। ਲੇਕਿਨ ਹੁਣ ਸਾਡੀ ਜਿਹੜੀ ਹੈ 43,000 ਦੇ ਕਰੀਬਨ 48,000 ਦੇ ਕਰੀਬ ਮੁਕੱਦਮੇ ਦਰਜ ਕੀਤੇ ਨੇ ਪਿਛਲੇ 4 ਸਾਲ ਦੌਰਾਨ। ਮੁਕੱਦਮੇ ਦਰਜ ਕੀਤੇ ਹੈ, ਹਿਸਾਬ ਲਾਓ ਤੁਸੀਂ 365 ਦਿਨ ਹੁੰਦੇ ਨੇ, ਰੋਜ਼ ਕਿੰਨੇ ਮੁਕੱਦਮੇ ਦਰਜ ਹੋਏ ਆ ਕੇ, ਅਤੇ ਤੁਸੀਂ 62,500 ਦੇ ਕਰੀਬ ਜਿਹੜਾ ਆਲਮੋਸਟ ਜਿਹੜੇ ਹੈਗੇ ਆ ਜਿਹੜੇ ਬੰਦੇ ਅਰੈਸਟ ਕੀਤੇ ਨੇ। ਜੇਲ੍ਹਾਂ 'ਚ 27,000 ਦੀ ਕਪੈਸਿਟੀ ਹੈ ਸਾਡੇ ਕੋਲ, ਜਿਹੜੀਆਂ ਪੂਰੀਆਂ ਮਿਲਾ ਲਓ, ਸੈਂਟਰਲ ਜੇਲ੍ਹਾਂ, ਡਿਸਟ੍ਰਿਕਟ ਜੇਲ੍ਹਾਂ, ਸਭ ਜੇਲ੍ਹਾਂ ਮਿਲਾ ਕੇ 27-28 ਨੇ, ਅਤੇ ਸਾਡੇ ਕਪੈਸਿਟੀ ਹੈਗੀ ਹੈ 25-30,000 ਦੀ, 28,000 ਦਾ ਕਰਕੇ ਜੀ। 3 ਗੁਣਾ ਵੱਧ ਨਸ਼ੀਲੇ ਪਦਾਰਥ, ਉਹਨੂੰ ਕਿੱਦਾਂ ਹੋਏਗਾ। ਲੇਕਿਨ ਹੁਣ ਇਹ ਗੱਲ ਹੈ ਵੀ ਪੰਜਾਬ ਨੂੰ ਇਸੇ ਕਰਕੇ ਕਿ ਵੀ ਜਿਹੜੀ ਡੀ ਐਡਿਕਸ਼ਨ ਸੈਂਟਰਸ ਦੇ ਨਾਲ ਲੋਕਾਂ ਦਾ ਚਲਾ ਰਿਹਾ ਕਿ ਵੀ ਕੁਛ ਨਾ ਕੁਛ ਤਰੀਕੇ 'ਚ ਨਸ਼ੇ 'ਤੇ ਕਾਬੂ ਕੀਤਾ ਜਾ ਸਕੇ। ਮੇਰੇ ਖਿਆਲ 'ਚ ਹੁਣ ਜਿਹੜਾ ਇੱਕ ਨਵੀਂ ਟੀਮ ਤਿਆਰ ਕਰਨ ਦਾ ਹੋਈ ਹੈ, ਮੀਟਿੰਗ ਵੀ ਚੱਲੀ ਹੈ ਚਾ ਕੇ, ਉਹ 'ਚ ਰਾਜਸਥਾਨ, ਹਿਮਾਚਲ, ਚੰਡੀਗੜ੍ਹ, J&K ਦੇ ਨਾਲ ਅਤੇ ਇੱਕ ਹਰਿਆਣਾ, ਇਹਦੀ ਇੱਕ ਕੋਆਰਡੀਨੇਸ਼ਨ ਬਣ ਰਹੀ ਹੈ ਕਿ ਜਿਹਦੇ ਨਾਲ ਇਹਨੂੰ ਬਣਾ ਕੇ ਵੀ ਸਾਡੀ ਜਿਹੜੀ ਇੰਟਰਸਟੇਟ ਜਿਹੜੀ ਸਮਗਲਿੰਗ ਹੈ ਉਹਨੂੰ ਰੋਕਿਆ ਜਾ ਸਕਿਆ। ਕਿ ਮੇਰੇ ਖਿਆਲ ਦੇ ਵਿੱਚ ਹੈ ਤਾਂ ਬਹੁਤ ਵਧੀਆ ਐਫਰਟਸ ਕਰ ਰਹੇ, ਲੇਕਿਨ ਜਿਹੜੀ ਹੈ ਜਿਸ ਹਿਸਾਬ ਨਾਲ ਤੇਜ਼ੀ ਫੜ ਕੇ ਕਰਨਾ ਚਾਹੀਦਾ ਸੀ, ਉਸ ਹਿਸਾਬ ਨਾਲ ਉਹ ਸਰਕਾਰ ਜਿਹੜੀ ਹੈ ਮੇਰੇ ਖਿਆਲ ਮਨਸ਼ਾ ਹੋ ਸਕਦੀ ਹੈ, ਲੇਕਿਨ ਨਾਲ ਥੋੜ੍ਹੀ ਬਹੁਤੀ ਅਫਸਰਾਂ ਦੀ ਜਿਹੜੀ ਆ ਉਹਨਾਂ ਨੂੰ ਵੀ ਸ਼ਾਇਦ ਸ਼ਿਕੰਜਾ ਕੱਸਣ ਦੀ ਵੀ ਲੋੜ ਹੈ। ਜੇ ਮੈਂ ਤੁਹਾਨੂੰ ਸਪਸ਼ਟ ਸਵਾਲ ਕਰਾਂ, ਕਿਉਂਕਿ ਐਸਟੀਐਫ ਜਦੋਂ ਬਣੀ ਸੀ ਉਦੋਂ ਉਹੀ ਪੁਲਿਸ ਅਫਸਰ ਲਾਤੇ ਐਸਟੀਐਫ ਦੇ ਵਿੱਚ ਜਿਨ੍ਹਾਂ 'ਤੇ ਪਹਿਲਾਂ ਵੀ ਦੋਸ਼ ਲੱਗਦੇ ਸਨ ਕਿ ਭ੍ਰਿਸ਼ਟਾਚਾਰ ਕਰਦੇ ਆ, ਪੈਸੇ ਲੈ ਕੇ ਬੰਦੇ ਛੱਡਦੇ ਆ। ਮੇਰੇ ਕੋਲ ਵੀ ਬਹੁਤ ਸਾਰੇ ਇਹੋ ਜਿਹੇ ਮਾਮਲੇ ਆਏ ਸੀ ਕਿ ਨਸ਼ਾ ਫੜ ਲੈਣਾ, ਨਸ਼ਾ ਵੀ ਰੱਖ ਲੈਣਾ, ਪੈਸੇ ਲੈ ਕੇ ਬੰਦੇ ਵੀ ਛੱਡ ਦੇਣੇ। ਕਿਤੇ ਨਾ ਕਿਤੇ ਕਾਲੀਆਂ ਭੇਡਾਂ ਸੀਗੀਆਂ ਐਸਟੀਐਫ ਦੇ ਵਿੱਚ, ਉਦੋਂ ਧਿਆਨ ਨਹੀਂ ਦਿੱਤਾ ਗਿਆ। ਜੇਕਰ ਪਹਿਲਾਂ ਧਿਆਨ ਦਿੱਤਾ ਜਾਂਦਾ ਹੁਣ ਤੱਕ ਹੋ ਸਕਦਾ ਨਸ਼ਿਆਂ ਦਾ ਖਾਤਮਾ ਹੋ ਜਾਂਦਾ ਪੰਜਾਬ ਦੇ ਵਿੱਚ।
ਦੇਖੋ, ਜੇ ਤੁਸੀਂ ਇਹ ਮਿਲੀ ਭਗਤ ਕਾਲੇ ਭੇਡਾਂ ਦੀ ਗੱਲ ਕਰਦੇ ਹੋ, ਸਭ ਤੋਂ ਪਹਿਲਾਂ ਮੈਂ ਜੇ ਗੱਲ ਕਰਾਂ ਕਿ ਜਦੋਂ ਅਸੀਂ, ਇਹ ਤਾਂ ਵਿਦਨ ਦਾ ਸਟੇਟ ਦੀ ਗੱਲ ਹੈ, ਇੰਟਰਨੈਸ਼ਨਲ ਬਾਰਡਰ ਦੇ ਉੱਪਰ ਕਿਹਦੇ ਹੱਥ ਸਿਕਿਉਰਿਟੀ ਹੈ ਜੀ? ਬਾਰਡਰ ਸਿਕਿਉਰਿਟੀ ਫੋਰਸ ਦੀ ਹੈਗੀ ਜੀ। BSF ਦੇ ਇਸ ਵਕਤ ਵੀ ਤਕਰੀਬਨ ਜਿੰਨਾ ਕਿ ਸਾਡੇ ਧਿਆਨ ਦੇ ਵਿੱਚ ਆਇਆ, ਉਹ 22-23 ਦੇ ਮੁਲਾਜ਼ਮ ਇੱਦਾਂ ਦੇ ਨੇ ਜਿਨ੍ਹਾਂ ਦੇ ਉੱਪਰ ਸਿੱਧੇ ਰੂਪ ਦੇ ਵਿੱਚ ਨਸ਼ਾ ਤਸਕਰਾਂ ਨਾਲ ਮਿਲ ਕੇ ਉੱਥੋਂ ਬਾਰਡਰ ਨੂੰ ਪਾਰ ਕਰਾਉਣ ਦੀ ਜਿਹੜੀ ਹੋਈ ਹੈ, ਤੇ ਇਹਦੇ ਵਾਸਤੇ BSF ਦੇ ਕਈ ਜਵਾਨਾਂ ਦੇ ਉੱਪਰ ਵੀ ਕੇਸ ਚੱਲ ਰਹੇ, ਮੁਕੱਦਮੇ ਦਰਜ ਕੀਤੇ ਗਏ ਨੇ। ਦੂਜੀ ਗੱਲ ਹੈ, ਸਾਡੇ ਤੁਹਾਨੂੰ ਇਸ ਗੱਲ, ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ 2-3 ਏਜੰਸੀਆਂ ਕੰਮ ਕਰਦੀਆਂ ਨੇ। ਜੇ ਸਾਡੇ ਇੰਡੀਆ ਦੀ ਕਾਊਂਟਰ ਇੰਟੈਲੀਜੈਂਸ ਹੈ ਪੰਜਾਬ ਦੀ, ਉਹ ਇੰਡੀਆ ਦੀ ਟੌਪ ਦੀ ਕਾਊਂਟਰ ਇੰਟੈਲੀਜੈਂਸ ਹੈ, ਜੋ ਨਸ਼ੀਲੇ ਪਦਾਰਥ, ਜਸੂਸ ਅਤੇ ਬਾਕੀ ਫੜਨ ਦੇ ਵਿੱਚ ਬਹੁਤ ਵੱਡਾ ਕੰਮ ਕਰਦੀ ਹੈ। ਅਤੇ SSOC ਔਰ OCO, ਇਹ ਜਿਹੜੀਆਂ ਬਣੀਆਂ ਨੇ ਨਾ, ਬੇਸਿਕਲੀ ਇਹ ਸਾਰਾ ਅਸਲ ਕੰਮ ਤਾਂ ਇਹਨਾਂ ਲਈ ਹੀ ਕਰਦੀਆਂ ਨੇ। ਹੁਣ ਤੁਸੀਂ ਮੰਨੋਗੇ ਕਿ ਪੰਜਾਬ ਦੇ ਵਿੱਚ 424 ਦੇ ਕਰੀਬ ਵੱਡੀਆਂ ਮੱਛੀਆਂ, 2 ਕਿਲੋ ਤੋਂ ਵੱਧ ਹੀਰੋਇਨ ਜਿਹਨਾਂ ਨੂੰ ਫੜੀ ਗਈ ਹੈ, ਉਹਨਾਂ 'ਚੋਂ 424 ਤਸਕਰ ਫੜੇ ਗਏ ਨੇ। ਅਤੇ ਇੰਨਾ ਵੱਡਾ, ਅਤੇ ਇੱਦਾਂ ਮੰਨੋ ਗਿਆ ਕਿ ਵੀ ਤਕਰੀਬਨ 9,000 ਕਰੋੜ ਤੋਂ 10,000 ਕਰੋੜ ਦੀ 4 ਸਾਲ 'ਚ ਮਾਰਕੀਟ 'ਚ 2216 ਕਿਲੋ ਜਿਹੜੀ ਹੀਰੋਇਨ ਫੜੀ ਗਈ ਹੈ, ਉਹਦੀ ਮਾਰਕੀਟ 'ਚ ਕੀਮਤ 10,000 ਕਰੋੜ ਹੈ। ਅਤੇ ਹਿਸਾਬ ਲਾਓ ਵੀ ਕਿੰਨਾ ਵੱਡਾ ਇਹ। ਤਾਂ ਉਹ ਹੈ ਜਿਹੜੀ ਆਇਡੈਂਟੀਫਾਈ ਕੀਤੀ ਗਈ ਹੈ, ਜਿਹੜੀ ਸਾਹਮਣੇ ਆ ਗਈ ਹੈ, ਅਤੇ ਜਿਹੜੀ ਆਇਡੈਂਟੀਫਾਈ ਨਹੀਂ ਹੋ ਸਕੀ। ਤੁਹਾਨੂੰ ਸ਼ਾਇਦ ਤੁਸੀਂ ਸੁਣਿਆ ਵੀ ਹੋਏਗਾ, ਕਿਉਂਕਿ ਉਸ ਵਕਤ ਮੈਨੂੰ ਤਾਂ ਮੁੱਖ ਮੰਤਰੀ ਉਹ ਸਟੇਟਮੈਂਟ ਠੀਕ ਵੀ ਲੱਗੀ ਆ ਕੇ, ਉਹ ਲੋਕ ਕਹਿੰਦੇ ਵੀ ਪੰਜਾਬ 'ਚ ਜਿਹੜੇ ਹਥਿਆਰ ਫੜੇ ਗਏ ਨੇ, ਉਹ ਤਾਂ ਮੈਨੂੰ ਤਸੱਲੀ ਹੈ। ਨਸ਼ੀਲੇ ਪਦਾਰਥ ਫੜੇ ਗਏ ਨੇ ਜਾਂ ਨਸ਼ੀਲੇ ਨਾਲ ਪਦਾਰਥ ਹਥਿਆਰ ਫੜੇ, ਤਸੱਲੀ ਹੈ। ਪਰ ਚਿੰਤਾ ਉਸ ਗੱਲ ਦੀ, ਜਿਹੜੇ ਆਏ ਅਤੇ ਅਲੋਪ ਹੋ ਗਏ, ਜਿਹੜੇ ਮਿਲੇ ਨਹੀਂ। ਹੁਣ ਜਿਹੜੀ ਇੱਕ ਟਰੱਕ ਜਿਹੜਾ ਮੱਧ ਪ੍ਰਦੇਸ਼ ਤੋਂ, ਰਾਜਸਥਾਨ ਤੋਂ, ਅਸਾਮ ਤੋਂ ਅਲੱਗ-ਅਲੱਗ ਤੋਂ ਡਰੱਗਸ ਜਿਹੜੀ ਸੀਗੀ ਆ ਕੇ, ਜਿਹਨੂੰ ਉਹ ਹੈ ਭੁੱਕੀ ਅਤੇ ਫੀਮ ਜਿਹੜੀ ਹੈ, ਉਹ ਤਾਂ ਚਲੋ ਜਿਹੜੀ ਆਉਂਦੇ ਸੀ ਲੋਕੀ ਖਾਂਦੇ ਸੀ, ਉਹ ਜਿਨ੍ਹਾਂ ਨੂੰ ਆਪਾਂ ਮਾੜਾ ਨਸ਼ਾ ਹੁੰਦਾ, ਲੇਕਿਨ ਜਿਹੜਾ ਕੈਮੀਕਲ ਡਰੱਗਸ ਆਇਆ ਉੱਥੋਂ ਆ ਕੇ, ਉਹ 2200 ਕਿਲੋ ਜਿਹੜਾ ਨਾ 2215 ਕਿਲੋ, ਕਿਉਂਕਿ ਮੈਨੂੰ ਪੂਰੀ ਫਿਗਰ ਆਪਣੇ ਕੋਲ ਬੈਠੀ ਵੀ ਇਹਦਾ ਕੀਤਾ ਗਿਆ। ਤੁਸੀਂ ਮੰਨੋਗੇ 20 ਦਿਨਾਂ ਦੇ ਵਿੱਚ ਤਾਂ 80 ਕਿਲੋ ਹੀਰੋਇਨ ਫੜੀ ਗਈ। 2 ਕਿਲੋ 3 ਕਰੋੜ ਕੈਸ਼ ਹੈਗਾ, ਅਲੱਗ-ਅਲੱਗ ਮਿਲਿਆ ਗਿਆ। ਮਤਲਬ ਦੇਖੋ, ਆਪਣੇ ਆਪ 'ਚ ਆંકੜੇ ਤਾਂ ਹੈਗੇ ਆ, ਲੇਕਿਨ ਮੈਨੂੰ ਲੱਗਦਾ ਕਿ ਅਗਰ 365 ਦਿਨ ਲਗਾਤਾਰ ਕਾਰਵਾਈ ਕਰੀ ਜਾਵੇ, STF ਕਰੇ ਆ ਕੇ, ਅਤੇ ਮੇਰੇ ਖਿਆਲ 'ਚ ਮਨਸ਼ਾ ਵੀ ਹੋਣੀ ਚਾਹੀਦੀ ਹੈ। ਅਤੇ ਮਨਸ਼ਾ ਦੇ ਉਹੀ ਤਾਂ ਮੇਰਾ ਸਵਾਲ ਸੀ ਪਹਿਲਾਂ, ਜੇ ਸ਼ੁਰੂ 'ਚ ਧਿਆਨ ਕੇਂਦਰਿਤ ਕੀਤਾ ਜਾਂਦਾ ਇਸ ਮਸਲੇ ਨੂੰ ਲੈ ਕੇ, ਅੱਜ ਦੀ ਡੇਟ ਦੇ ਵਿੱਚ ਮੱਛੀਆਂ ਬਹੁਤ ਥੋੜ੍ਹੀਆਂ ਰਹਿ ਜਾਣੀਆਂ ਸੀ। ਇਹ ਨਸ਼ੇ ਦਾ ਕਾਰੋਬਾਰ ਕਰਨ ਵਾਲੇ, ਤੇ ਤੁਸੀਂ ਇੱਕ ਦਿਨ ਤੋਂ ਸ਼ੁਰੂਆਤ ਕਰ ਦਿਓ, ਅੱਜ ਤੋਂ ਕਰ ਦਿਓ ਕਾਰਵਾਈ ਕਰਨੀ, ਕਿਉਂਕਿ ਇਹਨਾਂ ਦੀ ਇੱਕ ਦਿਨ ਦੀ ਚੇਨ ਟੁੱਟ ਜਾਏ ਅਤੇ ਇਹਨਾਂ ਦਾ ਜਿਹੜੇ ਹੈ, ਇੱਕ ਤੁਸੀਂ ਫੜੇ ਜਾਂਦੇ ਆ ਕੇ। ਤੁਸੀਂ ਮੰਨੋਗੇ ਬੜੀ ਮਾੜੀ ਗੱਲ ਹੈ, ਜਦੋਂ ਤੁਸੀਂ ਇੱਕ ਪੋਲੀਟੀਸ਼ੀਅਨ ਜਦੋਂ ਲੁਧਿਆਣੇ ਦਾ ਕੇਸ ਸੀ, ਸਰਪੰਚ ਫੜਿਆ ਗਿਆ, ਉਹਦੇ ਕੋਲ ਗੱਡੀਆਂ ਫੜੀਆਂ ਗਈਆਂ, ਇੰਨਾ ਕੁਝ ਆਉਂਦਾ। ਜਦੋਂ ਇੰਨਾ ਕੁਛ ਫੜਿਆ ਗਿਆ, ਇੱਕ ਪੋਲੀਟੀਕਲੀ ਜਦੋਂ ਲੋਕਲ ਲੈਵਲ ਦੇ ਵਿੱਚ ਜਦੋਂ ਮਿਲੀ ਭਗਤ ਆ ਜੇ, ਇਹ ਉਹੀ ਨੈਕਸਿਸ ਜਿਹੜਾ ਸਾਹਮਣੇ ਆਇਆ ਹੈਗਾ ਵੀ, ਕਿਉਂਕਿ ਲੋਕਲ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੀ ਬਾਰਡਰ ਸਟੇਟ ਦੇ ਵਿੱਚ ਸਭ ਤੋਂ ਵੱਡਾ ਜਿਹੜੀ ਹੈ STF ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਮੇਰੇ ਖਿਆਲ ਦੇ ਵਿੱਚ ਉੱਥੇ ਵੀ ਇਸ ਤਰ੍ਹਾਂ ਦੇ ਕਈ ਅਫਸਰ ਮੈਨੂੰ ਆਫ ਦਾ ਰਿਕਾਰਡ ਗੱਲ ਕਰਦੇ ਆ, ਕਈ ਚੀਜ਼ਾਂ ਦੇ ਪੋਲੀਟੀਕਲੀ ਦਬਾਅ ਕਾਫੀ ਆ ਜਾਂਦਾ ਹੈ, ਇਸ ਕਰਕੇ ਮੈਨੂੰ ਲੱਗਦਾ ਕਿ ਚਾਹੀਦਾ। ਹੁਣ ਲੈਂਦੇ ਹਾਂ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ। ਹੋਰ ਅੰਕੜੇ ਵੀ ਤੁਹਾਨੂੰ ਦੱਸਾਂਗੇ ਕਿ ਕਿੰਨੀ ਵੱਡੀ ਪੱਧਰ 'ਤੇ ਪੰਜਾਬ ਦੇ ਵਿੱਚ ਨਸ਼ਾ ਪਹੁੰਚਦਾ, ਅਤੇ ਬਾਜਵਾ ਸਾਹਿਬ ਨੂੰ ਇਹ ਵੀ ਪੁੱਛਾਂਗੇ ਕਿ ਜਿਹੜਾ ਨਸ਼ਾ ਪੰਜਾਬ 'ਚੋਂ ਫੜਿਆ ਗਿਆ, ਕਿ ਉਹ ਪੰਜਾਬ 'ਚ ਖਪਤ ਹੋਣਾ ਸੀ ਜਾਂ ਫਿਰ ਬਾਹਰਲੀਆਂ ਸਟੇਟਾਂ ਦੇ ਵਿੱਚ ਵੀ ਭੇਜਿਆ ਜਾਣਾ ਸੀ। ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਨਵੀਂ ਮੁਹਿੰਮ ਲੰਬੀ ਹੈ, ਰੈੱਡ ਫਲੈਗ। ਉਹਦੇ ਤਹਿਤ ਪਿੰਡਾਂ ਦੀ ਪਹਿਚਾਣ ਕੀਤੀ ਜਾਏਗੀ ਕਿ ਕਿਹੜੇ ਪਿੰਡਾਂ ਦੇ ਵਿੱਚ ਨਸ਼ਾ ਜ਼ਿਆਦਾ ਚੱਲਦਾ ਹੈ, ਫਿਰ ਨਸ਼ਾ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ। ਕੀ ਅੰਕੜੇ ਨੇ ਇਸ ਮਾਮਲੇ ਨੂੰ ਲੈ ਕੇ ਪੁਰਾਣੇ, ਉਹਦੇ ਬਾਰੇ ਗੱਲ ਕਰਦੇ ਹਾਂ ਬਾਜਵਾ ਸਾਹਿਬ ਨਾਲ। ਬਾਜਵਾ ਜੀ, ਸਾਰੇ ਅੰਕੜੇ ਦੱਸੋ ਕੀ ਨੇ ਨਸ਼ਿਆਂ ਨੂੰ ਲੈ ਕੇ, ਕਿੰਨੇ ਜਿਹੜੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਨੇ ਨਸ਼ਾ ਸਮਗਲਰਾਂ ਦੀਆਂ, ਕਿੰਨੇ ਕੁ ਵੱਡੇ ਅੰਦਰ ਨੇ, ਇੱਕ ਅੰਤਰਰਾਸ਼ਟਰੀ ਜਿਹੜੇ ਨਸ਼ਾ ਸਮਗਲਰ ਨੇ ਉਹਨਾਂ 'ਚੋਂ ਵੀ ਕੁਝ ਬੜੇ ਨੇ ਕਿ ਨਹੀਂ? ਦੇਖੋ, ਇੱਕ ਤਾਂ ਵੱਡੀ ਗੱਲ ਹੈ ਕਿ ਵੀ ਕੋਰੀਡੋਰ ਬਣਿਆ ਇੰਡੀਆ ਦਾ ਨਸ਼ਿਆਂ ਦੇ ਕੈਮੀਕਲ ਡਰੱਗਸ ਦਾ, ਜਿਹੜਾ ਪੰਜਾਬ ਹੈ
ਉਹਨੂੰ ਤਸਕਰਾਂ ਨੇ ਇੱਕ ਕੋਰੀਡੋਰ ਦਾ ਇਸਤੇਮਾਲ ਕਰ ਰਹੀ ਹੈ। ਇਹ ਜਿਹੜਾ ਹੁਣ ਜਿਸ ਤਰ੍ਹਾਂ ਮਰਜ਼ੀ ਕਰ ਲਓ, ਤਾਲਿਬਾਨ ਜਾਂ ਅਫਗਾਨਿਸਤਾਨ ਦੇ ਉੱਥੋਂ ਹੀਰੋਇਨ ਸਮਗਲਿੰਗ ਹੁੰਦੀ ਸੀ, ਪਾਕਿਸਤਾਨ, ਨੇਪਾਲ, ਚਾਈਨਾ ਦਾ ਇਹ ਅਸਰ ਪੰਜਾਬ ਦੇ ਵਿੱਚ ਪੈਂਦਾ ਸੀ, ਕਿਉਂਕਿ ਸਾਰਾ ਜਿਹੜਾ ਮੇਡ ਇਨ ਅਫਗਾਨਿਸਤਾਨ ਤੁਸੀਂ ਮੋਹਰਾਂ ਲੱਗੀਆਂ ਪਾਕਿਸਤਾਨ, ਉੱਥੋਂ ਸਾਰਾ ਸਮਾਨ ਆਉਂਦਾ ਸੀ ਕਰਦੇ ਸੀ। ਦੂਜੀ ਗੱਲ ਹੈ ਕਿ ਇਹ ਅਗਰ ਜ਼ੋਰ ਲਾਇਆ ਤਾਂ ਦੇਖੋ ਫਿਰ ਵੀ ਕੰਪੈਰੀਟਿਵਲੀ ਬਾਕੀਆਂ ਚੀਜ਼ਾਂ ਨਾਲੋਂ ਇਸ ਵਕਤ ਅਲੱਗ-ਅਲੱਗ 23 ਪੁਲਿਸ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਤੌਰ 'ਤੇ 48,000 ਮੁਕੱਦਮੇ ਦਰਜ ਕੀਤੇ ਗਏ। 48,000 ਮੁਕੱਦਮੇ ਜਿਹੜੇ ਨੇ ਉਹਨਾਂ ਦੇ ਵਿੱਚ ਸਾਰੇ ਪ੍ਰਕਾਰ ਦੇ ਹਰ ਕੈਟਾਗਰੀ A B C D ਸਾਰੇ ਕੈਟਾਗਰੀ ਦੇ ਜਿਹੜੇ ਤਸਕਰ ਨੇ, ਸਮਗਲਰ ਨੇ, ਉਹ ਇਨਵੋਲਵ ਹੈ। ਦੂਜੀ 62,500 ਦੇ ਕਰੀਬ ਬੰਦੇ ਇਹਨਾਂ ਨੂੰ ਅਰੈਸਟ ਕੀਤਾ ਹੈ, ਔਰ ਅਰੈਸਟ ਜਿਹੜੇ ਕੀਤੇ ਨੇ ਉਹਨਾਂ ਵਿੱਚ ਤਕਰੀਬਨ ਆਲਮੋਸਟ ਮਾਝਾ, ਮਾਲਵਾ, ਦੁਆਬਾ ਦੀ ਜਿਹੜੀ ਸੰਖਿਆ ਬਰਾਬਰ ਦੀ ਹੈਗੀ ਹੈ, ਉਹਨਾਂ ਦੀ ਅਲੱਗ-ਅਲੱਗ ਕੀਤੀ, ਲੇਕਿਨ ਫਿਰ ਵੀ ਮਾਝੇ ਦੇ ਵਿੱਚ ਜ਼ਿਆਦਾ ਤਸਕਰੀ ਦੇ ਜਿਹੜੇ ਆ ਉਹ ਚਾਂਸ ਵੀ ਸੀ ਕੀਤਾ। ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਤੁਸੀਂ ਦੇਖੋਗੇ ਆ ਕੇ ਕਿ 2216 ਕਿਲੋ ਹੈਰੋਇਨ ਜਿਹੜੀ ਹੈ ਉਹ ਫੜੀ ਗਈ ਹੈ, ਔਰ 20 ਦਿਨ ਪਹਿਲਾਂ 80 ਕਿਲੋ ਫੜੀ ਗਈ ਹੈ, ਔਰ ਇਸ ਸਾਲ 700 ਕਿਲੋ ਫੜੀ ਗਈ ਹੈ 2020 ਦੇ ਵਿੱਚ। ਜੇ ਮਿਲਾਇਆ ਜਾਵੇ ਆਂਕੜਾ ਦੇਖਿਆ ਜਾਵੇ ਆ ਕੇ 700 ਕਿਲੋ ਵਾਲੀ ਥੋੜ੍ਹੀ ਨਹੀਂ ਹੁੰਦੀ ਆ ਕੇ। ਔਰ ਜਦੋਂ ਇਹ ਤੁਰਦੀ ਹੈ ਕਿ ਵੀ ਸਾਡੇ ਜਿਹੜੇ ਤਕਰੀਬਨ ਜਿਹੜੇ ਛੋਟਾ ਜਿਹੜੇ ਇੱਥੇ ਜਿਹੜੇ ਜਿਵੇਂ ਗੈਂਗਸਟਰ ਜਾਂ ਇੱਦਾਂ ਤਸਕਰ ਜਿਹੜੇ ਨੇ ਤਕਰੀਬਨ ਪੰਜਾਬ ਦੇ ਵਿੱਚ ਜਿਹੜੇ ਆ ਉਹ 424 ਦੇ ਕਰੀਬ ਜਿਹੜੇ ਉਹ ਨੇ ਜਿਹੜੇ 2 ਕਿਲੋ ਤੋਂ ਅਬਵ ਜਿਨ੍ਹਾਂ ਕੋਲ ਤਸਕਰੀ ਫੜੀ ਗਈ, ਹਿਸਾਬ ਲਾ ਲਓ, ਤੇ ਹੈਰੋਇਨ ਫੜੀ ਗਈ। ਅਤੇ ਉਹਨਾਂ 'ਚੋਂ ਇੱਦਾਂ ਦੇ ਬੰਦੇ ਵੀ ਨੇ ਜਿਨ੍ਹਾਂ ਕੋਲ 80 ਕਿਲੋ, 70 ਕਿਲੋ, ਜਿਨ੍ਹਾਂ ਕੋਲ 500 ਕਿਲੋ ਜਿਹੜੇ ਨੇ ਅੰਮ੍ਰਿਤਸਰ ਜੇਲ੍ਹ 'ਚ ਬੰਦ ਨੇ, ਉਹਨਾਂ ਕੋਲ ਫੜੀ ਗਈ ਆ ਕੇ, ਜਿਹੜੀ ਕਿ ਪਾਕਿਸਤਾਨ ਤੋਂ ਆ ਰਹੀ ਕੈਮੀਕਲ ਡਰੱਗਸ ਜਿਹੜਾ ਉੱਥੋਂ ਆ ਰਿਹਾ ਸੀ ਆ ਕੇ। ਜਦੋਂ ਇਸ ਤਰ੍ਹਾਂ ਆਪਾਂ ਕਰਾਂਗੇ, ਔਰ ਜਿਹੜੀਆਂ ਇਹਨਾਂ ਸਾਰੀਆਂ ਦੀ ਸਾਰੇ ਤਸਕਰ ਜਦੋਂ ਮਾੜੀ ਕਮਾਈ ਕਰਕੇ ਜੇ ਪ੍ਰਾਪਰਟੀਆਂ ਬਣਾਈਆਂ, ਉਹ ਬਣੀਆਂ ਦੁਆਬੇ ਦੇ ਵਿੱਚ। ਦੁਆਬੇ ਤੋਂ ਬਾਅਦ ਉਹਨਾਂ ਦਾ ਪੈਰ ਪਸਰਿਆ ਫਿਰ ਮਾਝੇ ਦੇ ਵਿੱਚ, ਲੁਧਿਆਣਾ ਬੈਲਟ ਅਤੇ ਮਾਲ ਵਿੱਚ ਵੀ ਕਾਫੀ ਚੀਜ਼ਾਂ ਉਹ ਆਈਆਂ ਨੇ, ਅਤੇ ਉਹਦੇ 'ਚ ਤਕਰੀਬਨ 215 ਕਰੋੜ ਦੀ ਤਕਰੀਬਨ ਪ੍ਰਾਪਰਟੀ ਜਿਹੜੀ ਹੈ ਉਹ ਏਜੰਸੀਆਂ ਨੇ, ਨਾਰਕੋਟਿਕਸ ਪੰਜਾਬ ਸਰਕਾਰ ਨੇ ਜ਼ਬਤ ਕੀਤੀ ਹੈ, ਜਿਹੜੀ STF ਨੇ ਜੋ ਚਲਾਇਆ ਹੈ। ਅਟੈਚ ਕੀਤੀ ਹੈ ਜਾਣੀ ਉਹ ਪ੍ਰਾਪਰਟੀ ਸਾਰੀ ਅਟੈਚ ਕੀਤੀ, ਜਿਹੜੀ ਆਇਡੈਂਟੀਫਾਈ ਕਰਕੇ ਕੁਰਕ ਕਰਤੀ, ਜਿਹੜੀ ਜ਼ਬਤ ਕੀਤੀ ਹੈ। ਔਰ 10,000 ਕਰੋੜ ਇਹ ਅੰਕੜਾ ਮੇਰਾ ਨਹੀਂ ਜੀ, ਇਹ ਪੰਜਾਬ ਸਰਕਾਰ ਦੇ ਵੀ ਜਿਹੜੀ ਹੁਣ ਤੱਕ ਦਾ ਜਿਹੜਾ ਫੜਿਆ ਗਿਆ ਹੈ, ਜਿਹੜੀ ਮਾਰਕੀਟ 'ਚ ਇੰਟਰਨੈਸ਼ਨਲ ਦੇ ਵਿੱਚ ਜਿਹੜੀ 2200 ਕਿਲੋ ਜਿਹੜੀ ਹੈ ਉਹਦੀ ਵੈਲਿਊ ਹੈਗੀ ਹੈ ਉਨੀ ਮਾਰਕੀਟ ਦੇ ਵਿੱਚ ਜੀ, ਉਹ ਜਿਹੜੀ ਫੜੀ ਗਈ। ਤੁਸੀਂ ਕਿਹਾ ਕਿ ਵੱਡੀ ਪੱਧਰ 'ਤੇ ਨਸ਼ਾ ਤਸਕਰ ਫੜ ਤਾਂ ਲਏ, ਸਜ਼ਾਵਾਂ ਵੀ ਹੋਈਆਂ ਨੇ ਕਈਆਂ ਨੂੰ, ਕੋਈ ਅੰਕੜਾ ਹੈਗਾ? 60% ਕਨਵਿਕਸ਼ਨ ਰੇਟ ਸੀ ਖੋਖਰ ਸਾਹਿਬ, ਉਹ ਤਬਦੀਲ ਹੁੰਦੀ ਉਹ 83% 'ਤੇ ਆ ਗਈ ਹੈ ਕਨਵਿਕਸ਼ਨ ਰੇਟ, ਜਿਹੜੀ ਸਜ਼ਾ ਦੀ ਰੇਟ ਹੈਗੀ ਇਹਦੇ। ਔਰ ਇਹਦੇ ਵਿੱਚ ਇੱਕ ਕੀਤਾ ਹੈਗਾ ਕਿ ਵੀ ਜਿਹੜੀਆਂ ਦੀਆਂ ਜ਼ਮਾਨਤਾਂ ਨੂੰ ਪੈਰਵਾਈ ਕਰਨ ਵਾਸਤੇ ਸਾਡੇ ਇੱਕ ਪੰਜਾਬ ਦੇ ਵਿੱਚ 400 ਕੁਛ ਲਾਅ ਅਫਸਰ ਭਰਤੀ ਹੋਣ ਜਾ ਰਹੇ ਨੇ, ਜੋ ਇੱਦਾਂ ਦੇ ਕਿਸੇ ਇਹਨਾਂ ਨੂੰ ਮਤਲਬ ਕਿ ਇੱਕ ਡਿਸਟ੍ਰਿਕਟ 'ਚ ਇੱਕ ਲਾਅ ਅਫਸਰ ਹੁੰਦਾ ਸੀ, ਹੁਣ ਹਰ ਥਾਣੇ ਦੇ ਵਿੱਚ ਇੱਕ ਲਾਅ ਅਫਸਰ ਹੋਏਗਾ। ਹਰ ਲਾਅ ਅਫਸਰ ਉੱਥੇ ਉਹਦੀ ਚੀਜ਼ ਦੀ ਪੈਰਵਾਈ ਕਰੇਗਾ, ਔਰ ਜਿਹੜਾ ਉਹਦੀ ਪਰਮਿਸ਼ਨ ਤੋਂ ਬਗੈਰ, ਹੁਣ ਜਿਹੜੇ ਮੁਕੱਦਮੇ ਝੂਠੇ ਵੀ ਦਰਜ ਹੁੰਦੇ ਸੀ, ਆਮ ਸੀ ਵੀ ਮੇਰੇ ਬੱਚੇ ਨੂੰ ਝੂਠਾ ਫਸਾਤਾ ਜੀ, ਆਹ ਕਰਤਾ, ਹੁਣ ਉਹ ਵੀ ਨਹੀਂ ਹੋ ਪਾਏਗਾ। ਇਸੇ ਕਰਕੇ ਉਹਨਾਂ ਨੂੰ ਕੀਤਾ ਲਾਅ ਅਫਸਰ ਦੀ ਤੌਰ 'ਤੇ ਹੋਏਗਾ। ਇੰਨੀ ਜਿਹੜੇ ਹੈ ਕਮਿਊਨਿਟੀ ਜਿਹੜੀ ਹੈਲਪਿੰਗ ਡੈਸਕ ਵਾਲੇ ਹੈ, ਚਲੋ ਉਹ ਤਾਂ ਬਾਅਦ ਦੀ ਗੱਲ, ਲੇਕਿਨ ਉਹਨਾਂ ਨੂੰ ਜਿਹੜੇ ਹੈ ਜਿਹੜੀਆਂ ਆਪਾਂ ਕਾਲੀਆਂ ਭੇਡਾਂ ਦੀ ਪਹਿਲਾਂ ਗੱਲ ਕੀਤੀ ਸੀ, ਕਾਲੀਆਂ ਭੇਡਾਂ ਕੀ ਕਰਦੀਆਂ ਨੇ, ਨਾਕੇ ਤੋਂ ਮੰਨ ਲਿਆ ਨਸ਼ਾ ਫੜ ਲਿਆ, ਉਹ ਫਿਰ ਲੈਣ ਦੇਣ ਕਰਦੇ ਆ, ਨਸ਼ਾ ਵੀ ਰੱਖ ਲੈਂਦੇ ਆ, ਪੈਸੇ ਵੀ ਲੈ ਲੈਂਦੇ, ਉਹ ਨਸ਼ਾ ਫਿਰ ਵੇਚਦੇ ਆ, ਵੱਡੀ ਕਮਾਈ ਪੁਲਿਸ ਵਾਲੇ ਕਰਦੇ ਨੇ। ਉਹਨਾਂ 'ਤੇ ਨਜ਼ਰ ਰੱਖਣ ਵਾਸਤੇ ਵੀ ਕੋਈ ਇਹਨਾਂ ਦਾ ਕੋਈ ਖੁਫੀਆ ਵਿੰਗ ਪੰਜਾਬ ਸਰਕਾਰ ਦਾ ਜਾਂ ਪੰਜਾਬ ਪੁਲਿਸ ਦਾ? ਇਹਦੇ ਖੁਦ ਹੀ ਇਹਨਾਂ ਦੇ ਕੁਝ ਜਿਵੇਂ ਆਇਡੈਂਟੀਫਾਈ ਜਿਵੇਂ ਹੋਏ, ਤਫਤੀਸ਼ 'ਚ ਜੁਆਇਨਿੰਗ ਦੇ ਦੌਰਾਨ ਆਏ, ਕੁਝ ਮੋਗੇ ਦੇ ਕੇਸ ਆਏ, ਕੋਈ ਮੁਕਤਸਰ ਫਰੀਦਕੋਟ ਸਾਈਡ ਦੇ ਕੁਛ ਇੱਦਾਂ ਚੀਜ਼ਾਂ ਸੀ ਆ ਗਏ, ਉਹ ਫੜੇ ਕੇ ਆ ਕੇ, ਜਿਵੇਂ ਇੱਕ ਇੰਸਪੈਕਟਰ ਸੀਗਾ ਬੜਾ ਵੱਡਾ ਧਨਾੜ ਮੁੰਡੇ, ਜਾਂਦਾ ਮੈਂ ਥੋੜ੍ਹਾ ਨਾਮ ਮੇਰੇ ਦਿਮਾਗ 'ਚ ਨਿਕਲ ਰਿਹਾ, ਅਤੇ ਕੁਛ ਚੀਜ਼ਾਂ ਦੀਆਂ ਸੀਗੀ ਉਹ ਉਹਦਾ ਮਤਲਬ ਕਿ ਹੈਗੇ ਆ, ਫੜੇ ਸੀਗੇ ਬਹੁਤ ਵਿੱਚ। ਲੇਕਿਨ ਗੱਲ ਤਾਂ ਸਾਰੀ ਇਹ ਸੀ ਵੀ ਉਹਨਾਂ ਨੇ ਆਇਡੈਂਟੀਫਾਈ ਕੀਤੇ, ਉਹਨਾਂ ਦੀ ਕਾਰਵਾਈ ਚੱਲੀ ਆ ਕੇ, ਅਤੇ ਉਹਨਾਂ ਨੂੰ ਉਸ ਕੇਸ ਦੇ ਵਿੱਚ ਅਟੈਚ ਕੀਤਾ ਗਿਆ। ਲੇਕਿਨ ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਮਿਲੀ ਭਗਤ ਦੂਜੀ ਹੈ, ਇਹ ਮੇਰੇ ਖਿਆਲ ਦੇ ਵਿੱਚ ਜੇਕਰ
ਪੁਲਿਸ ਡਿਪਾਰਟਮੈਂਟ ਜਾਂ ਸਰਕਾਰ ਜੇ ਇੰਨੀਆਂ ਚੀਜ਼ਾਂ ਸਾਹਮਣੇ ਲੈ ਕੇ ਆਉਂਦੀ ਹੈ ਤੇ ਜੇ ਆਪਣੇ ਮੁਲਾਜ਼ਮ ਕੋਈ ਬਲੈਕ ਸ਼ੀਪਸ ਹੈ, ਕਾਲੀਆਂ ਭੇਡਾਂ, ਤਾਂ ਉਹਨਾਂ ਦੇ ਵੀ ਆਇਡੈਂਟੀਫਾਈ ਕਰਕੇ ਉਹਦੇ ਬਾਰੇ ਖੁਲਾਸਾ ਹੋਣਾ ਚਾਹੀਦਾ ਹੈ। ਖੁਲਾਸਾ ਹੋਇਆ, ਪਰ ਜਿੱਦਾਂ ਦਾ ਮਾਹੌਲ ਬਣਿਆ ਕਿ ਵੀ ਮਿਲੀ ਭਗਤ ਬਗੈਰ ਕੁਝ ਨਹੀਂ ਹੋ ਸਕਦਾ। ਛੋਟੇ ਲੋਕਲ ਲੈਵਲ ਤੇ ਕੁਝ ਚੀਜ਼ਾਂ ਦੇ ਪੱਧਰਾਂ ਤੇ ਲੈਵਲ ਤੇ ਜੋ ਹੋਇਆ, ਲੇਕਿਨ ਮੈਨੂੰ ਲੱਗਦਾ ਕਿ ਵੀ ਇਹਦੇ 'ਚ ਸਰਕਾਰ ਜਿਹੜੀ ਹੁਣ ਸਖਤ ਜ਼ਰੂਰੀ ਹੈ। ਪਿੰਡ ਆਇਡੈਂਟੀਫਾਈ ਕੀਤੇ ਜਾ ਰਹੇ ਨੇ, ਪਿੰਡ ਇਕੱਲਾ ਜਾ ਕੇ ਜੀ, ਪਰ ਇੱਕ ਤੁਸੀਂ ਆਪ ਘਰ 'ਚ ਚੱਲ ਜਾਓ, ਪਿੰਡ ਨੂੰ ਪੂਰਾ ਪਤਾ ਹੁੰਦਾ ਕਿ ਫਲਾਣੇ ਘਰ ਦਾ ਬੰਦਾ ਨਸ਼ਾ ਵੇਚਦਾ, ਉਹ ਆਹ ਕੰਮ ਕਰਦਾ, ਤੇ ਮੇਰੇ ਖਿਆਲ ਜਦੋਂ ਆਹ ਚੀਜ਼ਾਂ ਆਉਂਦੀਆਂ ਨੇ ਤੇ ਮੇਰੇ ਖਿਆਲ ਨਹੀਂ। ਤੇ ਦੂਜੀ ਤੁਸੀਂ ਦੇਖਿਆ ਵੀ ਹੈਲਪਲਾਈਨ ਦੀ ਵੀ ਗੱਲ ਕੀਤੀ ਕਿ ਇਨਾਮ ਦੇ ਤੌਰ ਤੇ ਗੁਪਤ ਨਾਮ ਰੱਖਿਆ ਜਾਏਗਾ, ਲੋਕਾਂ ਨੂੰ ਦੱਸਾਂਗੇ, ਤੁਸੀਂ ਉਹਨਾਂ ਨੂੰ ਦੇਵਾਂਗੇ ਆ ਕੇ। ਮੇਰੇ ਖਿਆਲ 'ਚ ਉਤਸ਼ਾਹ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ ਆ ਕੇ, ਉਸ ਤਰ੍ਹਾਂ ਮੇਰੇ ਖਿਆਲ 'ਚ ਨਹੀਂ ਮਿਲਿਆ ਜਿੱਦਾਂ ਮਿਲਣਾ ਚਾਹੀਦਾ ਸੀ ਆ ਕੇ। ਜਾਂ ਲੋਕਾਂ 'ਚ ਅਜੇ ਵੀ ਜਿਹੜਾ ਖੌਫ ਪੁਲਿਸ ਦੇ ਪ੍ਰਤੀ ਹੈ ਕਿ ਆਇਡੈਂਟੀਫਾਈ ਹੋ ਜਾਣਗੇ ਕੁਝ ਹੈ, ਇਹ ਆਪਣਾ ਪੁਲਿਸ ਤੇ ਆਮ ਲੋਕਾਂ ਦਾ ਖੌਫ ਜਿਹੜਾ ਜਿੱਦਾਂ ਖਤਮ ਹੋਣਾ ਚਾਹੀਦਾ ਸੀ ਉਸ ਹਿਸਾਬ ਨਾਲ ਅਜੇ ਖਤਮ ਨਹੀਂ ਹੋ ਪਾ ਰਿਹਾ। ਕਿ ਆਮ ਧਾਰਨਾ ਕਿ ਅਫੀਮ ਲੈਣੀ ਹੋਵੇ ਪੁਲਿਸ ਵਾਲਿਆਂ ਕੋਲੋਂ ਮਿਲ ਜੇਗੀ। ਆਮ ਧਾਰਨਾ ਕਿ ਹੈਰੋਇਨ ਦੇ ਧੰਦੇ ਪੁਲਿਸ ਇਨਵੋਲਵ ਹੈ। ਕੀ ਲੱਗਦਾ ਕਿ ਜਿਹੜਾ ਨਸ਼ਿਆਂ ਦਾ ਟੈਸਟ ਹੁੰਦਾ ਹੈ ਪੁਲਿਸ ਵਾਲਿਆਂ ਦਾ ਨਹੀਂ ਹੋਣਾ ਚਾਹੀਦਾ? ਕਿ ਪੁਲਿਸ ਵਾਲੇ ਹੋ ਸਕਦਾ ਵੀ ਨਸ਼ਾ ਕਰਦੇ ਹੋਣ, ਫਿਰ ਜਦੋਂ ਖੁਦ ਉਹ ਨਸ਼ਾ ਕਰਦੇ ਨੇ ਉਹਨਾਂ ਨੂੰ ਵੀ ਨਸ਼ੇ ਦੀ ਲੋੜ ਪੈਗੀ, ਫਿਰ ਉਹਨਾਂ ਦੀ ਨਸ਼ਾ ਤਸਕਰਾਂ ਨਾਲ ਜਾਰੀ ਹੋਊਗੀ, ਚਾਹੇ ਬਿਨਾਂ ਰੇਟ ਤੋਂ ਲੈਣ ਚਾਹੇ ਘੱਟ ਕੀਮਤ 'ਤੇ ਲੈਣ। ਇਹ ਵੀ ਪ੍ਰੋਪਰ ਸਾਰਿਆਂ ਦਾ ਟੈਸਟ ਹੋਣਾ ਚਾਹੀਦਾ ਪੁਲਿਸ ਵਾਲਿਆਂ ਦਾ। ਕੀ ਲੱਗਦਾ ਤੁਹਾਨੂੰ, ਜੇ ਆਪਾਂ ਸੱਚੀ ਪੰਜਾਬ ਦੇ ਆਪਾਂ ਹਮਦਰਦੀ ਵਾਲੀ ਗੱਲ ਕਰੀਏ ਕਿ ਪੰਜਾਬ ਨੂੰ ਬਚਾਉਣਾ? ਤੁਸੀਂ ਦੇਖਿਆ ਹੋਏਗਾ ਜਦੋਂ ਅਕਾਲੀ BJP ਸਰਕਾਰ ਸੀਗੀ, ਉਹਨਾਂ ਨੇ ਭਰਤੀ ਦੇ ਵਿੱਚ ਇੱਕ ਕੰਡੀਸ਼ਨ ਲਾਤੀ ਵੀ ਡੋਪ ਟੈਸਟ ਬਹੁਤ ਜ਼ਰੂਰੀ ਹੈ। ਉਹਨਾਂ ਦੇ ਤਕਰੀਬਨ ਸੀਗਾ 28 ਕੈਟਾਗਰੀਆਂ 'ਚ ਪੈਦਾ ਕੀਤੀਆਂ ਗਈਆਂ ਸੀਗੀਆਂ। 28 ਤੋਂ ਜਿਹੜੀਆਂ 18 ਕੈਟਾਗਰੀ ਤਾਂ ਇੱਦਾਂ ਦੀ ਸੀਗੀਆਂ ਜਿਹੜੀਆਂ ਤੁਸੀਂ ਛੋਟੇ ਮੋਟੀ ਚੀਜ਼ਾਂ ਨੂੰ ਆ ਕੇ ਉਹਦੇ 'ਚ ਮੈਂ ਕੁਛ ਨਾ ਕੁਛ ਲੋਕ ਮਤਲਬ ਕਿ ਚਾਹੇ ਤੁਸੀਂ ਕੋਈ ਛੋਟਾ ਮੋਟਾ ਨਸ਼ਾ ਵੀ ਕਰਦੇ ਹੋ ਉਹ ਵੀ ਉੱਤੇ ਜਾ ਜਾਂਦਾ ਕਦੀ। ਲੇਕਿਨ ਉਹ ਮੇਰੇ ਖਿਆਲ 'ਚ ਸਭ ਤੋਂ ਵੱਡੀ ਗੱਲ ਹੈ ਵੀ ਮੇਰੇ ਖਿਆਲ 'ਚ ਤਾਂ ਇਹ ਗੱਲ ਹੈ ਕਿ ਆਇਡੈਂਟੀਫਾਈ ਇਹ ਵੀ ਬੱਚਾ ਕਰੇ ਕਿਉਂ, ਉਹਨੂੰ ਅਵੇਅਰਨੈਸ ਕਿੰਨੀ ਹੋਣੀ ਚਾਹੀਦੀ ਆ ਕਿ ਇਹਦੇ 'ਚ ਸਾਨੂੰ ਧਾਰਮਿਕ ਸੰਗਠਨਾਂ ਨੂੰ ਵੀ ਔਰ ਸਮਾਜਿਕ ਸੰਗਠਨਾਂ ਨੂੰ ਵੀ ਬਾਕੀਆਂ ਨੂੰ ਵੀ ਮਿਲ ਕੇ ਜਿਹੜਾ ਕਿ ਆਮ ਬੱਚੇ ਦੀ ਇਸ ਚੀਜ਼ ਨੂੰ ਦੱਸਣਾ ਚਾਹੀਦਾ ਹੈ ਕਿ ਨਸ਼ਾ ਜਿਹੜਾ ਉਹ ਕਿੰਨਾ ਮਾੜਾ ਹੈ, ਸਭ ਕੁਝ ਹੈ। ਮੇਰੇ ਖਿਆਲ 'ਚ ਸਕੂਲਾਂ 'ਚ ਤਾਂ ਸਬਜੈਕਟ ਵੀ ਲੱਗਣਾ ਚਾਹੀਦਾ ਸਗੋਂ ਵੀ ਡਰੱਗਸ ਬਾਰੇ ਤੁਸੀਂ ਬੱਚੇ ਨੂੰ ਵੀ ਜਿਹੜੀ ਜੇਕਰ ਆਪਾਂ ਕਹਿੰਦੇ ਮਾੜੀ ਸੰਗਤ ਦੀ ਆਪਾਂ ਗੱਲ ਕਰਦੇ ਹਾਂ ਤਾਂ ਮਾੜੀ ਸੰਗਤ 'ਚ ਤਾਂ ਇਹਨਾਂ ਨੂੰ ਵੀ ਦੱਸਣਾ ਚਾਹੀਦਾ ਕਿ ਵੀ ਬੱਚੇ ਅਗਰ ਸਾਨੂੰ ਪਤਾ ਕਿ ਸਾਡੇ ਬੱਚਿਆਂ ਨੂੰ ਕੋਈ ਗੁੰਮਰਾਹ ਕਰ ਸਕਦਾ ਹੈ, ਕਿਉਂਕਿ ਤੁਸੀਂ ਆਪ ਨੋਟ ਕਰਦੇ ਹੈਗੇ ਨਾ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਉਹਨਾਂ ਕੋਲ ਮਿਲ ਜਾਂਦਾ ਇੱਦਾਂ ਮਿਲ ਜਾਂਦਾ। ਪਹਿਲਾਂ ਉਹ 2-3 ਵਾਰੀ ਫ੍ਰੀ ਦਿੰਦੇ ਨੇ ਆ ਕੇ, ਜਦੋਂ ਆਦਤ ਪੈ ਜਾਂਦੀ ਫਿਰ ਉਹ ਮਗਰ ਜਾਂਦਾ ਇੱਦਾਂ ਕਰਕੇ ਜੀ। ਇਹ ਗੱਲਾਂ ਸਹੀ ਨੇ ਆ ਕੇ ਜਿਹਨੇ ਬੱਚੇ ਤਾਂ ਹੋਣੇ ਚਾਹੀਦੇ ਨਾ, ਫਿਰ ਹੁਣ ਕਰਾ ਲਵੇ ਸਾਰੇ ਮੁਲਾਜ਼ਮਾਂ ਦਾ ਪਤਾ ਲੱਗ ਜੂ। ਟੋਪ ਟੈਸਟ ਵਾਸਤੇ ਇੱਕ ਪੰਜਾਬ ਸਰਕਾਰ ਨੂੰ ਅਗਰ ਜਿਹੜੀਆਂ ਬਾਰ-ਬਾਰ ਗੱਲਾਂ ਆਉਂਦੀਆਂ ਨੇ ਉਹਨੂੰ ਕਰਨ ਵਾਸਤੇ ਕੋਈ ਨਾ ਕੋਈ ਪਾਲਿਸੀ ਲੈ ਕੇ ਆ ਜਾਣੀ ਚਾਹੀਦੀ ਹੈ, ਕੋਈ ਨਾ ਕੋਈ ਨਿਯਮ ਤੈਅ ਕਰ ਲੈਣੇ ਚਾਹੀਦੇ ਨੇ ਆ ਕੇ। ਕਿਉਂਕਿ ਇਹ ਵੀ ਜਿਹੜੇ ਭਰਤੀ ਤਾਂ ਹੋ ਗਏ ਨੇ ਉਸ ਤੋਂ ਬਾਅਦ ਹੈਗਾ ਮੇਰੇ ਖਿਆਲ ਭਰਤੀ ਤੋਂ ਬਾਅਦ ਵੀ ਕੁਛ ਹੈਗਾ ਉਹਨਾਂ ਦੀ ਜਿਹੜੀ ਕਿਉਂਕਿ ਰੋਲ ਮਾਡਲ ਹੁੰਦਾ ਸੁਸਾਇਟੀ ਦੇ ਵਿੱਚ ਜਿਹੜਾ ਘੁੰਮਦਾ ਹੈਗਾ, ਜੇ ਰੋਲ ਮਾਡਲ ਦਾਗੀ ਹੋਏਗਾ ਉਹ ਬਹੁਤ ਮੁਸ਼ਕਿਲ ਹੋ ਸਕਦਾ ਹੈ। ਇੱਕ ਬਾਜਵਾ ਸਾਹਿਬ STF ਦੀ ਰਿਪੋਰਟ ਨੂੰ ਲੈ ਕੇ ਜੋ ਹਾਈ ਕੋਰਟ ਦੇ ਵਿੱਚ ਸੀਲਬੰਦ ਲਿਫਾਫੇ 'ਚ ਪਈ ਹੈ ਕਿ ਖੁੱਲ੍ਹਣੀ ਚਾਹੀਦੀ ਹੈ, ਇਹਦੇ ਉੱਤੇ ਬੜੀ ਸਿਆਸਤ ਹੁੰਦੀ ਆ। ਬਾਕੀ ਉਸ ਰਿਪੋਰਟ 'ਚ ਦਮਖਮ ਹੈ ਉਹ ਕੇਵਲ ਸਿਆਸਤ ਵਾਸਤੇ ਆ ਸਾਰੀ ਗੱਲ। ਜਿਹੜੀ ਸੁਣਨ ਦੇ ਵਿੱਚ ਆ ਰਿਹਾ ਕਿ ਵੀ ਉਹ ਰਿਪੋਰਟ 'ਚ ਕਾਫੀ ਕੁਛ ਕਹਿੰਦੇ ਖੁਲਾਸਾ ਹੋਏਗਾ, ਕਾਫੀ ਖੁਲਾਸੇ ਹੋਣ ਦੀ ਸੰਭਾਵਨਾ ਹੈ, ਕਾਫੀ ਕੁਛ ਚੀਜ਼ਾਂ ਹੈਗੀਆਂ ਨੇ। ਮੇਰੇ ਖਿਆਲ ਦੇ ਵਿੱਚ ਉਹ ਦਸਤਾ ਹੁਣ ਜਦੋਂ ਖੁੱਲ੍ਹੇਗੀ ਆ ਕੇ ਪਤਾ ਤਾਂ ਉਦੋਂ ਚੱਲੇਗਾ। ਲੇਕਿਨ ਉਸ ਨੂੰ ਲੈ ਕੇ ਜਿਹੜੀ ਇੱਕ ਮੇਰੇ ਖਿਆਲ ਜਿੰਨਾ ਕੁ ਅਸੀਂ ਘੁੰਮਦੇ ਵਿਚਰਦੇ ਹਾਂ ਉਹ ਰਾਜਨੀਤਿਕ ਤੌਰ 'ਤੇ ਵੀ ਔਰ ਬਿਊਰੋਕ੍ਰੇਸੀ 'ਚ ਵੀ ਉਸ ਗੱਲ ਦਾ ਬਹੁਤ ਹਲਚਲ ਹੈ, ਬਹੁਤ ਦਹਿਸ਼ਤ ਦਾ ਮਾਹੌਲ ਵੀ ਹੈ ਵੀ ਪਤਾ ਨਹੀਂ ਕੀ ਆਏਗਾ, ਕੌਣ ਆਏਗਾ ਆ ਕੇ। ਪਰ ਇਹ ਕਹਿੰਦੇ ਨੇ ਵੀ ਰਿਪੋਰਟ ਦੇ 'ਚ ਜੇ ਬਾਰ-ਬਾਰ ਜਿਵੇਂ ਮੰਗ ਕੀਤੀ ਜਾ ਰਹੀ ਹੈ ਕਿ ਵੀ ਖੁੱਲ੍ਹਣਗਾ ਅਤੇ ਕਾਫੀ ਕੁਛ ਭੇਦ ਖੁੱਲ੍ਹਣਗੇ, ਚਾਹੇ ਰਾਜਨੀਤਿਆਨ ਹੋਣਗੇ ਚਾਹੇ ਕੋਈ ਅਫਸਰਾਂ ਦੇ ਹੋਣਗੇ, ਉਹਨਾਂ ਦੇ ਭੇਦ ਖੁੱਲ੍ਹਣਗੇ। ਪਰ ਇੱਕ ਸਵਾਲ ਇਹ ਆ ਜਾਂਦਾ ਬਾਜਵਾ ਜੀ ਕਿ ਫਿਰ ਉਹ ਜਾਂਚ ਕਰੀ ਦਾ ਕੀ ਫਾਇਦਾ ਜੇ ਉਹਨੂੰ ਲਿਫਾਫੇ 'ਚ ਹੀ ਬੰਦ ਕਰਤਾ? ਇਹ ਸਵਾਲ ਉੱਠਦੇ ਨੇ ਸਾਡੇ ਸਿਸਟਮ ਉੱਤੇ, ਕਿਸੇ ਵੀ ਤਰ੍ਹਾਂ ਦਾ ਸਿਸਟਮ ਹੋਵੇ। ਨਹੀਂ ਇਹਦਾ ਤਾਂ ਹੁਣ ਮੇਰੇ ਖਿਆਲ ਦੇ ਵਿੱਚ ਉਹਦੇ ਬਾਰੇ ਇੱਕ ਪਟੀਸ਼ਨ ਹਾਈ ਕੋਰਟ 'ਚ ਪਈ ਹੈ, ਉਹ ਕਾਫੀ ਹੁਣ ਉਹ ਮੇਰੇ ਖਿਆਲ ਕਾਫੀ ਨੇੜੇ ਪਹੁੰਚ ਗਿਆ। ਕੋਕਰ ਸਾਹਿਬ ਤੁਸੀਂ ਇਹ ਮੇਰੇ ਖਿਆਲ ਹਫ਼ਤਾ ਹੋਵੇ 2 ਹਫ਼ਤੇ ਕੁਛ ਦਿਨਾਂ ਦੇ ਵਿੱਚ ਕੁਛ ਸਮੇਂ ਦੇ ਵਿੱਚ ਰਿਪੋਰਟ ਦਾ ਖੁਲਾਸਾ ਹੋਏਗਾ ਔਰ ਜ਼ਰੂਰ ਹੋਏਗਾ। ਔਰ ਤੁਸੀਂ ਵੀ ਨੋਟ ਕਰਿਓ ਕਿ ਵੀ ਇਹ ਪਹਿਲਾਂ 27-28 ਤਰੀਕ ਨੂੰ ਕਹਿੰਦੇ ਸੀ ਆ ਜਾਏਗੀ, ਫਿਰ ਅੱਗੇ ਉਹ ਬਹੁਤ ਨੇੜੇ ਲੱਗੇਗੀ। ਉਹਦੇ ਬਾਰੇ ਜਿਹੜਾ ਲਿਫਾਫਾ ਉਹ ਖੁੱਲ੍ਹੇਗਾ ਕਿਉਂਕਿ ਉਹਦੇ ਬਾਰੇ ਸੀਲਬੰਦ ਜਿਹੜਾ ਉਹ ਹੁਣ ਜਿਨ੍ਹਾਂ ਨੇ ਤਿਆਰ ਕੀਤੀ ਹੈ ਜਾਂ ਉਹ ਜਾਣਦੇ ਨੇ। ਲੇਕਿਨ ਇਹ ਵੀ ਹੁਣ ਉਹ ਕਾਫੀ ਸਮੇਂ ਤੋਂ ਸੀਗਾ ਆ ਕੇ ਇੱਕ ਕਿਉਂਕਿ ਉਸ ਰਿਪੋਰਟ ਦੇ ਅੱਗੇ ਵੀ ਜਿਹੜੀ ਆਗਾਮੀ 2022 ਦੀਆਂ ਚੋਣਾਂ ਵੀ ਹੋਣਗੀਆਂ
ਜਿਸ ਉਹ ਦੇਖਦੇ ਕਿਸ ਤਰ੍ਹਾਂ ਰਿਪੋਰਟ ਹੈ ਉਹ 'ਤੇ ਵੀ ਅੱਗੇ ਉਹਦਾ ਕੀ ਅਸਰ ਪਏਗਾ ਨਹੀਂ ਪਏਗਾ। ਬਿਲਕੁਲ, ਜਿਸ ਤਰ੍ਹਾਂ ਆਪਾਂ ਗੱਲ ਕਰੀ ਲਈ, ਇੱਕ ਵਿਸ਼ਲੇਸ਼ਣ ਕੀਤਾ ਹੈ ਕਿ ਸਰਕਾਰ ਨੇ ਪਹਿਲਾਂ ਢਿੱਲ ਵਰਤੀ, ਉੱਪਰੋਂ ਸਕੰਜਾ ਕੱਸਿਆ ਨਹੀਂ ਗਿਆ, ਤਾਂ ਕਰਕੇ ਨਸ਼ਾ ਚੱਲਦਾ ਰਿਹਾ, ਮਿਲੀ ਭੁਗਤ ਜੱਗ ਜ਼ਾਹਰ ਹੈ। ਹੁਣ ਜਦੋਂ ਹਾਈ ਕਮਾਂਡ ਨੇ ਕਿਹਾ 18-29 ਪ੍ਰੋਗਰਾਮ ਲਾਗੂ ਕਰ ਦਿਓ, ਹੁਣ ਥੋੜ੍ਹੀ ਸਖਤੀ ਵਰਤੀ ਗਈ, ਜਿਹਦੇ ਰਿਜ਼ਲਟ ਵੀ ਚੰਗੇ ਆਏ ਨੇ। ਤੁਹਾਨੂੰ ਨਹੀਂ ਲੱਗਦਾ ਕਿ ਇਹ ਪੰਜਾਬ ਨੂੰ, ਜਵਾਨੀ ਨੂੰ ਬਚਾਉਣ ਵਾਸਤੇ ਵੱਡੇ ਫੈਸਲੇ ਪਹਿਲਾਂ ਹੀ ਕਰ ਲੈਣੇ ਚਾਹੀਦੇ ਸੀ ਕੈਪਟਨ ਸਰਕਾਰ ਨੂੰ? ਢਿੱਲ ਤਾਂ ਕਿਤੇ ਨਾ ਕਿਤੇ ਵਰਤੀ ਗਈ ਹੈ। ਦੇਖੋ, ਇੱਕ ਸਟੇਟ ਦਾ ਸਭ ਤੋਂ ਵੱਡਾ ਐਸੈਟਸ ਹੁੰਦਾ ਯੂਥ ਹੁੰਦਾ ਹੈ। ਯੂਥ ਨੂੰ ਕਾਬੂ ਕਰਨ ਆ ਕੇ ਉਹ ਜਿਸ ਤਰ੍ਹਾਂ ਮੇਰੇ ਤਾਂ ਬਹੁਤ ਇੱਕ ਮਨ 'ਚ ਸਵਾਲ ਖੁਦ ਹੀ ਆਉਂਦੇ ਨੇ ਕਿ ਅਸੀਂ ਇੱਦਾਂ ਦੀ ਫੈਸਿਲਿਟੀਆਂ ਨਹੀਂ ਦੇ ਪਾਉਂਦੇ। ਪੰਜਾਬ ਬਾਹਰ ਹਰ ਦੂਜੇ ਘਰ ਦਾ ਬੱਚਾ ਅਮਰੀਕਾ, ਕੈਨੇਡਾ, ਇੰਗਲੈਂਡ ਬੈਠਾ ਹੋਇਆ, ਹਰ ਕੋਈ ਬਾਹਰ ਜਾਣ ਨੂੰ ਬੈਠਾ ਹੈ। ਔਰ ਜੇ ਪੇਰੈਂਟਸ ਨੂੰ ਗੱਲ ਪੁੱਛ ਲਓ ਜੀ ਇੱਥੇ ਕੁਛ ਰੱਖਿਆ ਨਹੀਂ ਹੈ ਜੀ, ਨਸ਼ੇ ਬਹੁਤ ਹੈ ਜੀ, ਇੱਦਾਂ ਕਰਕੇ ਹੈ। ਹਰ ਇੱਕ ਨੇ ਆਪਣੇ ਬੱਚਿਆਂ ਦੇ ਫਿਊਚਰ ਬਾਰੇ ਬਹੁਤ ਚਿੰਤਿਤ ਨੇ। ਇਸ ਕਰਕੇ ਮੈਨੂੰ ਲੱਗਦਾ ਕਿ ਵੀ ਇਹਦੀ ਜਿਹੜੀ ਹੈ ਸਰਕਾਰ ਨੂੰ ਇਹ ਫੈਸਲਾ ਇਹ ਸ਼ੁਰੂ ਤੋਂ ਕੋਈ ਸਰਕਾਰ ਆਵੇ, ਕਿਸ ਧਿਰ ਦੀ ਆਵੇ, ਇਹਦੇ ਉੱਪਰ ਆਪਣੀ ਜਿਹੜੀ ਹੈ ਮੇਰੇ ਖਿਆਲ 'ਚ ਸਿਆਸਤ ਕਰਨ ਦੀ ਬਜਾਏ ਉਹ 'ਤੇ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ। ਡਰੱਗਸ ਦੇ ਨਸ਼ੇ ਨੂੰ ਆ ਕੇ ਦੂਜੀ ਇੰਪਲੋਇਮੈਂਟ ਜ਼ਰੂਰ ਦੇਣੀ ਚਾਹੀਦੀ ਹੈ। ਇਹਦੇ 'ਚ ਨਸ਼ੇ ਦੇ ਪਿੱਛੇ ਅਨਇੰਪਲੋਇਮੈਂਟ ਦਾ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਹੁਤ ਵੱਡਾ ਹੱਥ ਹੈ। ਲਾਸਟ ਸਵਾਲ ਇਹ ਹੈ ਕਿ ਹੁਣ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ। ਉਹਦੇ ਲਈ ਵੀ ਦੋ ਤਰ੍ਹਾਂ ਦੀਆਂ ਦਲੀਲਾਂ ਨੇ। ਇੱਕ ਇਹ ਕਿ ਵਪਾਰਕ ਤੌਰ 'ਤੇ ਖਸਖਸ ਦੀ ਖੇਤੀ ਹੋਵੇ, ਬਕਾਇਦਾ ਸਰਕਾਰ ਦਾ ਕੰਟਰੋਲ ਹੋਵੇ, ਮਹਿੰਗੇ ਰੇਟ 'ਤੇ ਉਹ ਖਸਖਸ ਵਿਕਦੀ ਹੈ, ਅਫੀਮ ਵਿਕਦੀ ਹੈ, ਕਿ ਕਮਾਈ ਕੀਤੀ ਜਾ ਸਕਦੀ ਹੈ, ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕਦਾ ਪੰਜਾਬ ਦੇ ਵਿੱਚ ਖਸਖਸ ਦੀ ਨੂੰ। ਇੱਕ ਇਹ ਕਿਹਾ ਜਾ ਰਿਹਾ ਕਿ ਜੇ ਤੁਸੀਂ ਸਿੰਥੈਟਿਕ ਨਸ਼ਿਆਂ ਤੋਂ ਬਚਣਾ ਹੈ ਤਾਂ ਫਿਰ ਅਫੀਮ ਭੁੱਕੀ ਪ੍ਰਚਲਿਤ ਕਰ ਦੇਣੀ ਚਾਹੀਦੀ ਹੈ। ਤੁਹਾਨੂੰ ਕੀ ਲੱਗਦਾ, ਤੁਹਾਡਾ ਆਪਣਾ ਵਿਚਾਰ ਕੀ ਹੈ ਕਿ ਅਫੀਮ ਭੁੱਕੀ ਜੇ ਇੱਥੇ ਚਾਲੂ ਹੋ ਗਈ ਤਾਂ ਸਿੰਥੈਟਿਕ ਨਸ਼ਿਆਂ ਤੋਂ ਛੁਟਕਾਰਾ ਹੋ ਜਾਏਗਾ? ਨਹੀਂ, ਦੇਖੋ, ਇਹ ਬਹੁਤ ਨਸ਼ਾ ਤਾਂ ਨਸ਼ਾ ਹੈ, ਕੋਈ ਵੀ ਨਸ਼ਾ ਹੈਗਾ। ਇਹ ਗੱਲ ਹੈ ਉਹ ਕਾਲੀ ਖਸਖਸ ਦੀ ਗੱਲ ਕਰ ਰਹੇ ਹੈ। ਬੇਸਿਕਲੀ ਕੀ ਹੈ ਕਿ ਜਿਹੜੀ ਹੁੰਦੀ ਹੈ, ਨਹੀਂ, ਦੋ ਤਰ੍ਹਾਂ ਦੀ ਖਸਖਸ ਕਾਲੀ ਚਿੱਟੀ ਹੋਏਗੀ, ਕਿਉਂਕਿ ਇੱਕ ਦਾ ਇਸਤੇਮਾਲ ਕਰਦੇ ਆ ਜਿਹੜੀ ਹੈਗੀ ਹੈ ਉਹ ਖਸਖਸ। ਦੇਖੋ, ਪਹਿਲੀ ਗੱਲ ਤਾਂ ਜੇਕਰ ਮੇਰੇ ਖਿਆਲ ਰਾਜਸਥਾਨ 'ਚ ਵੀ ਚੱਲ ਰਿਹਾ ਹੈਗਾ, ਸਭ ਕੁਛ ਹੈ, ਉਹਦੇ 'ਚ ਵੀ ਕਾਫੀ ਉਹਦੇ 'ਚ ਹੈਗਾ ਕਿ ਉਹਦੇ 'ਚ ਵੀ ਲਾਇਸੈਂਸ ਹੁੰਦਾ ਹੈ, ਉਹਨਾਂ ਲੋਕਾਂ ਦਾ ਕੰਟਰੋਲ ਰਹਿੰਦਾ ਹੈ, ਕਿਉਂਕਿ ਮੈਡੀਸਨ 'ਚ ਕਾਫੀ ਕੁਛ ਪੈਂਦੀ ਹੈ। ਸਟੇਟਾਂ 'ਚ ਖੇਤੀ ਹੁੰਦੀ ਹੈ ਇੰਡੀਆ ਦੇ ਹਾਂ ਖਸਖਸ ਦੀ। ਜੇ ਹੁਣ ਪੰਜਾਬ ਦੇ ਵਿੱਚ ਉਹ ਹੋ ਸਕਦੀ ਤਾਂ ਕੋਈ ਦਿੱਕਤ ਨਹੀਂ। ਦੇਖੋ, ਜੇਕਰ ਪੈਦਾਵਾਰ, ਜੇਕਰ ਐਗਰੀਕਲਚਰ ਚੀਜ਼ ਨੂੰ, ਕਾਰੋਬਾਰ ਨੂੰ ਦੇਖਦੇ ਹੋਏ ਹੈਗੀ ਹੈ, ਬਾਕੀ ਸਟੇਟਾਂ ਨੂੰ ਮੇਰੇ ਖਿਆਲ 'ਚ ਫਿਰ ਸਰਕਾਰ ਨੂੰ ਉਹਦੇ ਉੱਪਰ ਵਿਚਾਰ ਕਰਨਾ ਚਾਹੀਦਾ ਹੈ। ਕਿਉਂਕਿ ਇਹਦੇ 'ਚ ਅਗਰ ਜਿਸ ਚੀਜ਼ ਦੀ, ਕਿਉਂਕਿ ਡਿਮਾਂਡ ਔਰ ਸਪਲਾਈ ਦੀ ਗੱਲ ਹੈਗੀ ਹੈ, ਜੇਕਰ ਉਸ ਚੀਜ਼ ਦੀ ਅਗਰ ਤੁਸੀਂ ਮਿਸਯੂਜ਼ ਨਾ ਹੋਵੇ, ਤੁਹਾਡੀ ਗੱਲ ਬੜੀ ਸੋਹਣੀ ਖੋਖਰ ਸਾਹਿਬ, ਕੰਟਰੋਲ ਸਰਕਾਰ ਦਾ ਹੋਵੇ ਔਰ ਖੇਤੀ ਕਿਸਾਨ ਕਰਨ ਆ ਕੇ ਇਹਦੇ ਉੱਪਰ ਤਾਂ ਕੀ ਚੀਜ਼ ਆਪਾਂ ਕਰ ਹੀ ਸਕਦੇ ਹੈਗੇ ਹਾਂ। ਅਤੇ ਮੇਰੇ ਖਿਆਲ ਦੇ ਵਿੱਚ ਜੇ 14 ਸਟੇਟਾਂ 'ਚ ਬਾਕੀਆਂ ਜੇ ਕਾਰੋਬਾਰ ਚੱਲਦਾ ਹੈ ਤਾਂ ਪੰਜਾਬ ਸਰਕਾਰ ਨੂੰ ਵੀ ਕਰ ਲੈਣੀ ਚਾਹੀਦੀ ਹੈ। ਪਰ ਉਹੀ ਗੱਲ ਹੈ ਕਿ ਸਰਕਾਰ ਨੂੰ ਜਿੱਥੇ ਵੀ ਹੈ, ਜਿੱਥੇ ਬਾਕੀ ED ਇਨਫੋਰਸਮੈਂਟ ਡਾਇਰੈਕਟੋਰੇਟ ਮਾਈਨਿੰਗ ਵਾਸਤੇ ਬਣ ਸਕਦਾ ਹੈ, STF ਬਣ ਸਕਦੀ ਹੈ, ਆਪਣਾ ਉਹ ਟਾਸਕ ਫੋਰਸ ਬਣ ਸਕਦੀ ਹੈ, ਅਤੇ ਉਹਦੇ ਵਾਸਤੇ ਵੀ ਕੋਈ ਨਾ ਕੋਈ ਚੀਜ਼, ਕੋਈ ਫੋਰਸ ਜਾਂ ਕੋਈ ਚੀਜ਼ ਬਣਾ ਜੋ ਕੰਟਰੋਲ ਕਰ ਸਕਦੀ ਹੈ, ਅਤੇ ਕਰਨਾ ਚਾਹੀਦਾ ਹੈ। ਠੀਕ ਹੈ, ਸ਼ੁਕਰੀਆ। ਸੋ ਇਹ ਸਨ ਸੀਨੀਅਰ ਪੱਤਰਕਾਰ ਸੁਖਬੀਰ ਬਾਜਵਾ, ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਨਸ਼ਿਆਂ ਦੇ ਖਾਤਮੇ ਪ੍ਰਤੀ ਜੇਕਰ 4.5 ਸਾਲ ਪਹਿਲਾਂ ਤੋਂ ਸਰਕਾਰ ਗੰਭੀਰ ਹੁੰਦੀ ਤਾਂ ਹੁਣ ਤੱਕ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕਦਾ ਸੀ। ਪਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ, ਦੇਰ ਆਏ ਦਰੁਸਤ ਆਏ, ਹੁਣ ਦਰੁਸਤੀ ਨਾਲ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਲੱਗੀ ਆ ਨਸ਼ਿਆਂ ਦਾ ਖਾਤਮਾ ਕਰਨ, ਜਿਹਦੇ ਨਤੀਜੇ ਸਾਹਮਣੇ ਆਏ ਨੇ ਅਤੇ ਤੁਹਾਨੂੰ ਅੰਕੜੇ ਵੀ ਅਸੀਂ ਦੱਸੇ ਨੇ ਕਿ ਕਿੰਨੀ ਵੱਡੀ ਪੱਧਰ 'ਤੇ ਨਸ਼ੇ ਫੜੇ ਗਏ ਨੇ ਅਤੇ ਕਿੰਨੇ ਵੱਡੇ ਜਿਹੜੇ ਨਸ਼ਿਆਂ ਦੇ ਵੱਡੇ ਮਗਰਮੱਛ ਜਿਹਨੂੰ ਕਹਿੰਦੇ ਆ ਉਹ ਵੀ ਅੰਦਰ ਕੀਤੇ ਗਏ ਨੇ ਅਤੇ ਸਜ਼ਾਵਾਂ ਵੀ ਵੱਡੀ ਪੱਧਰ 'ਤੇ ਹੋਣ ਲੱਗੀਆਂ ਨੇ। ਸੋ ਨਸ਼ਿਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਸਾਨੂੰ ਸਮੂਹ ਪੰਜਾਬੀਆਂ ਨੂੰ ਇਕੱਠੇ ਹੋ ਕੇ ਨਸ਼ਿਆਂ ਦੇ ਖਾਤਮੇ ਵੱਲ ਇੱਕ ਹੋਰ ਉਪਰਾਲਾ ਕਰਨ ਦੀ ਲੋੜ ਹੈ ਤਾਂ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰ ਸਕੀਏ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।